ਸੋਚਣਾ ਪਵੇਗਾ। ਪਰ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੀ ਅੱਜ ਅਸੀਂ ਗੱਲ ਕਰਾਂਗੇ ਕਿ ਕੀ ਕਾਰਗੁਜ਼ਾਰੀ ਆ, ਕੀ ਕਰੋਨਾ ਦੇ ਜਿਹੜੇ ਮਾਪਦੰਡ ਨੇ ਉਹ ਅਮੀਰਾਂ ਲਈ ਹੋਰ ਨੇ ਤੇ ਗਰੀਬਾਂ ਲਈ ਹੋਰ ਨੇ, ਕਿ ਪਾਵਰਫੁਲ ਬੰਦੇ ਲਈ ਹੋਰ ਤਰੀਕੇ ਨਾਲ ਕਰੋਨਾ ਹੁੰਦਾ ਤੇ ਗਰੀਬ ਲਈ ਹੋਰ ਤਰੀਕੇ ਨਾਲ ਹੁੰਦਾ। ਕਿਉਂਕਿ ਅਸੀਂ ਦੇਖਿਆ ਕਿ ਟ੍ਰੇਨਾਂ ਚਲਾਉਣੀਆਂ ਸਾਡੇ ਲਈ ਮੁਸ਼ਕਿਲ ਸੀ, ਪਰ ਅਸੀਂ ਅਮੀਰਾਂ ਲਈ ਜਹਾਜ਼ ਜ਼ਰੂਰ ਚਲਾ ਦਿੱਤੇ ਨੇ। ਸੋਸ਼ਲ ਡਿਸਟੈਂਸ ਦੀ ਗੱਲ ਸਟੇਸ਼ਨਾਂ 'ਤੇ ਕੀਤੀ, ਪਰ ਜਹਾਜ਼ਾਂ 'ਚ ਜ਼ਰੂਰ ਅਸੀਂ ਭੀੜ ਵਧਾ ਦਿੱਤੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਸੋਚਣੇ ਵਾਲੀਆਂ ਨੇ। ਇਸ ਨੂੰ ਲੈ ਕੇ ਅੱਜ ਅਸੀਂ ਗੱਲਬਾਤ ਕਰਾਂਗੇ ਦਰਸ਼ਨ ਰਤਨ ਰਾਵਣ ਜੀ ਨਾਲ, ਜਿਹੜੇ ਕਿ ਆਦਰਸ਼ ਪ੍ਰਮੁੱਖ ਨੇ ਪੂਰੇ ਭਾਰਤ ਦੇ। ਹਮੇਸ਼ਾ ਹੀ ਉਹ ਜਿਹੜੇ ਲੋਅਰ ਦਬਕੇ ਦੇ ਗਰੀਬ ਤਬਕੇ ਵੱਲ ਧਿਆਨ ਦਿੰਦੇ ਨੇ, ਹਮੇਸ਼ਾ ਹੀ ਉਹਨਾਂ ਦੇ ਹੱਕ ਲਈ ਲੜਦੇ ਨੇ ਤੇ ਇੰਡੀਆ ਦੇ ਵਿੱਚ ਕਿਤੇ ਵੀ ਕੋਈ ਅਨਿਆਏ ਹੁੰਦਾ ਹੋਵੇ ਤਾਂ ਉਹ ਮੂਹਰੇ ਡਟ ਕੇ ਖੜਦੇ ਨੇ। ਸਮਾਜ ਸੇਵਕ ਨੇ, ਸਮਾਜ ਸੇਵਾ ਕਰਦੇ ਰਹਿੰਦੇ ਨੇ ਤੇ ਹਮੇਸ਼ਾ ਲੋਕਾਂ ਦੇ ਹੱਕ ਲਈ ਲੜਦੇ ਨੇ। ਆਓ ਚੱਲਦੇ ਹਾਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਜਾਣਦੇ ਹਾਂ ਕਿ ਕੀ ਕਹਿੰਦੇ ਨੇ ਉਹ ਸਰਕਾਰ ਦੇ ਇਸ ਰਵੱਈਏ ਨੂੰ ਲੈ ਕੇ ਤੇ ਕੀ ਕਹਿੰਦੇ ਨੇ ਜਿਹੜਾ ਕਰੋਨਾ ਅਨਲੌਕ ਹੋ ਚੁੱਕਿਆ ਉਸ ਨੂੰ ਲੈ ਕੇ। ਆਓ ਗੱਲਬਾਤ ਕਰਦੇ ਹਾਂ ਦਰਸ਼ਨ ਰਤਨ ਰਾਵਣ ਜੀ ਨਾਲ। ਜੀ ਹਾਂਜੀ ਸਰ, ਬਹੁਤ ਬਹੁਤ ਸਵਾਗਤ ਤੁਹਾਡਾ ਜੀ ਇਸ ਸਮੇਂ ਸਟਾਰ ਕੈਨੇਡਾ ਟੀਵੀ ਦੇ ਉੱਤੇ। ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਔਰ ਬਹੁਤ ਬਹੁਤ ਸ਼ੁਕਰੀਆ। ਤੁਸੀਂ ਇਸ ਸਮੇਂ 'ਚ ਵੀ ਕੰਮ ਕਰ ਰਹੇ ਹੋ। ਜ਼ਰੂਰਤ ਹੈ ਇਸ ਸਮੇਂ ਲੋਕਾਂ ਨੂੰ ਤੁਹਾਡੀ ਆਵਾਜ਼ ਦੀ। ਜੀ ਜੀ ਸਰ, ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਕਰੋਨਾ ਵਾਇਰਸ ਨੂੰ ਲੈ ਕੇ, ਕਿਉਂਕਿ ਇੰਨਾ ਵਾਇਰਸ ਇਹ ਵੱਧਦਾ ਜਾ ਰਿਹਾ ਆ। ਸਰਕਾਰ ਜਿਹੜੀ ਸਭ ਕੁਝ ਖੋਲਦੀ ਜਾ ਰਹੀ ਆ, ਕੀ ਕਹਿ ਰਹੇ ਹੋ ਸਾਰੇ ਸਿਸਟਮ ਉੱਤੇ? ਕਰੋਨਾ ਵਾਇਰਸ ਦਾ ਪੂਰੀ ਦੁਨੀਆ ਦੇ ਉੱਤੇ ਇੱਕ ਕਹਿਰ ਹੈ ਔਰ ਸਾਇੰਟਿਸਟ ਤੋਂ ਲੈ ਕੇ ਇੱਕ ਆਮ ਆਦਮੀ ਤੱਕ ਚਿੰਤਤ ਹੈ, ਉਸੇ ਹੱਲ ਨੂੰ ਕੋਸ਼ਿਸ਼ ਕਰ ਰਿਹਾ, ਲੱਭ ਰਿਹਾ ਹੈ। ਪਰ ਇਹ ਜਿਹੜਾ ਹਾਲੇ ਵੀ ਉਹਦਾ ਸਹੀ ਤਰੀਕੇ ਨਾਲ ਨਾ ਅਸੀਂ ਉਹਦੇ ਲੱਛਣ ਲੱਭ ਪਾ ਰਹੇ ਹਾਂ, ਨਾ ਉਹਦਾ ਸਹੀ ਟ੍ਰੀਟਮੈਂਟ ਲੱਭ ਪਾ ਰਹੇ ਹਾਂ। ਇਹ ਇੱਕ ਬਹੁਤ ਬੜਾ, ਯਾਨੀ ਕਿ ਕੁਦਰਤ ਦੇ ਅੱਗੇ ਜਿੰਨਾ ਸਾਡਾ ਵਿਗਿਆਨ ਸੀ, ਜਿੰਨੀ ਅਸੀਂ ਤਰੱਕੀ ਕੀਤੀ ਸੀ, ਉਹ ਸਾਰੇ ਵਿਗਿਆਨ ਦੇ ਜਿੱਦਾਂ ਨਾ ਗੋਡੇ ਟਿਕ ਗਏ। ਹਾਲਾਂਕਿ ਕੁਝ ਲੋਕਾਂ ਨੂੰ ਮੈਂ ਦੇਖ ਰਿਹਾ ਹਾਂ ਸੋਸ਼ਲ ਮੀਡੀਆ ਦੇ ਉੱਤੇ, ਉਹ ਧਰਮ ਦੇ ਉੱਤੇ ਸਵਾਲ ਖੜਾ ਕਰ ਰਹੇ ਆ ਕਈ ਲੋਕ ਵੀ ਹੁਣ ਈਸ਼ਵਰ ਕਿੱਥੇ ਆ। ਤੇ ਮੈਂ ਉਹਨਾਂ ਨੂੰ ਦੱਸ ਰਿਹਾ ਵੀ ਈਸ਼ਵਰ ਹੀ ਹੈ, ਕਿ ਈਸ਼ਵਰ ਤਾਂ ਹੈ। ਸਾਇੰਸ ਕਿੱਥੇ ਹੈ? ਜਿਹੜੀ ਸਾਇੰਸ ਕਹਿੰਦੇ ਸੀ ਕਿ ਈਸ਼ਵਰ ਨਹੀਂ ਹੈ, ਸਭ ਕੁਝ ਸਾਡੇ ਕੰਟਰੋਲ 'ਚ ਹੈ। ਅੱਜ ਸਾਇੰਸ ਫੇਲ ਹੋ ਰਹੀ ਹੈ। ਹਾਲਾਂਕਿ ਪਾਸ ਇਨਸਾਨ ਹੀ ਹੋਏਗਾ। ਇਨਸਾਨ ਨੂੰ ਪਰਮੇਸ਼ਵਰ ਨੇ ਤਾਕਤ ਦਿੱਤੀ ਹੈ, ਦਿਮਾਗ ਦਿੱਤਾ ਆ। ਹਰ ਲੜਾਈ ਨੂੰ ਇਨਸਾਨ ਜਿੱਤਦਾ ਆ, ਚਾਹੇ ਸਮੁੰਦਰ ਨੂੰ ਪਾਰ ਕਰਨਾ ਹੋਵੇ ਤੇ ਚਾਹੇ ਆਕਾਸ਼ ਚੁੱਕਣਾ ਹੋਵੇ, ਇਨਸਾਨ ਜਿੱਤਦਾ ਹੈ। ਪਰ ਇਨਸਾਨ ਆਪਣੇ ਅਹੰਕਾਰ ਨੂੰ ਇੱਕ ਪਾਸੇ ਰੱਖ ਕੇ ਫੇਰ ਜਿੱਤਦਾ ਹੈ। ਬਿਲਕੁਲ ਜੀ, ਇਹ ਇਨਸਾਨ ਜਿੱਤਦਾ ਹੈ। ਇਨਸਾਨ ਤਾਂ ਆਪਣੀਆਂ ਕੋਸ਼ਿਸ਼ਾਂ ਕਰ ਵੀ ਰਿਹਾ, ਭਗਵਾਨ ਜਿਹੜਾ ਆ ਉਹ ਆਸ਼ੀਰਵਾਦ ਬਣਾਈ ਰੱਖਿਆ ਹੋਇਆ। ਪਰ ਜਿਹੜਾ ਇਸ ਸਮੇਂ ਸਿਸਟਮ ਦੀ ਗੱਲ ਆਪਾਂ ਕਰਦੇ ਹਾਂ ਜੀ, ਕਿ ਸਿਸਟਮ ਜਿਹੜਾ ਇਸ ਸਮੇਂ ਚੱਲ ਰਿਹਾ ਸਰਕਾਰਾਂ ਦਾ, ਉਸ ਬਾਰੇ ਕੀ ਕਹਿੰਦੇ ਹੋ? ਕਿ ਸੰਤੁਸ਼ਟੀ ਹੈ ਉਸ ਸਿਸਟਮ ਤੋਂ? ਜੇ ਤੁਸੀਂ ਭਾਰਤ ਸਰਕਾਰ ਦੀ ਗੱਲ ਕਰ ਰਹੇ ਹੋ ਤੇ ਭਾਰਤ 'ਚ ਮੈਨੂੰ ਨਹੀਂ ਲੱਗ ਰਿਹਾ ਜਦੋਂ ਤੋਂ ਕਰੋਨਾ ਆਇਆ ਵੀ ਭਾਰਤ 'ਚ ਕੋਈ ਸਰਕਾਰ, ਕਿਉਂਕਿ ਸਰਕਾਰ ਜਿਹੜੀ ਹੁੰਦੀ ਹੈ, ਸਰਕਾਰ ਦੇ ਕੋਲ ਬਹੁਤ ਕੁਝ ਹੁੰਦਾ ਹੈ। ਇੰਨੀ ਬੜੀ ਮਸ਼ੀਨਰੀ ਹੁੰਦੀ ਹੈ, ਉਹਦੇ ਕੋਲ IAS ਅਫੀਸਰ ਅਲੱਗ ਹੈ, IPS ਅਲੱਗ ਹੈ, ਜਿਹੜੇ ਸਮਾਜ ਦੇ ਲਈ ਕੰਮ ਕਰਦੇ ਉਹ ਅਲੱਗ ਹੈ, ਜਿਹੜੇ ਸਾਇੰਟਿਸਟ ਹੈ ਉਹ ਅਲੱਗ ਹੈ। ਹਰ ਤਰੀਕੇ ਦੇ, ਇੱਥੋਂ ਤੱਕ ਕਿ ਆਰਥਿਕ ਨੀਤੀਆਂ ਬਣਾਉਣ ਵਾਲੇ ਵੀ ਹਜ਼ਾਰਾਂ ਲੋਕ ਉਹਨਾਂ ਦੇ ਕੋਲ ਹੁੰਦੇ। ਉਹ ਸਰਕਾਰ ਉਹਨਾਂ ਨਾਲ ਗੱਲ ਕਰਕੇ, ਮਸ਼ਵਰਾ ਕਰਕੇ, ਸਾਰੀ ਊਚ ਨੀਚ ਦੇਖ ਕੇ, ਔਰ ਜਿਹੜੇ ਡਾਕਟਰਾਂ ਨੇ ਇਲਾਜ ਕਰਨਾ ਆ ਉਹਨਾਂ ਨਾਲ ਵੀ ਗੱਲ ਕਰਕੇ ਫੇਰ ਸਰਕਾਰ ਕਦਮ ਚੱਕਦੀ। ਪਰ ਜਿਹੜਾ ਅਸੀਂ ਦੇਖ ਰਹੇ ਹਾਂ ਭਾਰਤ 'ਚ, ਵੀ ਜਨਵਰੀ 'ਚ ਪਹਿਲਾ ਕੇਸ ਆਇਆ ਭਾਰਤ ਦੇ ਅੰਦਰ, ਜਨਵਰੀ 'ਚ ਪਹਿਲਾ ਕੇਸ ਆਂਦਾ ਆ, ਪਰ 24 ਫਰਵਰੀ ਤੱਕ, ਯਾਨੀ ਲਗਭਗ 2 ਮਹੀਨੇ ਕਹਿ ਸਕਦੇ ਅਸੀਂ, 2 ਮਹੀਨੇ ਸਾਡੀ ਸਰਕਾਰ ਅਮਰੀਕਾ ਦੇ ਰਾਸ਼ਟਰਪਤੀ ਨੂੰ ਖੁਸ਼ ਕਰਨ ਲਈ, ਉਹਦੀ ਪਿਕਨਿਕ ਕਰਾਉਣ ਦੇ ਲਈ, ਔਰ ਇਹ ਪਹਿਲੀ ਵਾਰ ਦੇਖਿਆ ਮੈਂ ਇਤਿਹਾਸ 'ਚ, ਅੱਜ ਤੱਕ ਏਦਾਂ ਨਹੀਂ ਹੋਇਆ ਵੀ ਇਲੈਕਸ਼ਨ ਅਸੀਂ ਲੜਨਾ ਹੋਵੇ ਤੇ ਸਾਡੀ ਰੈਲੀ ਜਿਹੜੀ ਆ ਉਹ ਫਿਲਿਸਤੀਨ ਕਰਾਏਗਾ, ਜਾਂ ਸਾਡੀ ਰੈਲੀ, ਜੇ ਸਾਡੇ ਬੱਚੇ ਦੁਬਈ 'ਚ ਬਹੁਤ ਜ਼ਿਆਦਾ ਆ, ਦੁਬਈ ਦੀ ਸਰਕਾਰ ਸਾਡੀ ਰੈਲੀ ਕਰਾ ਦੇਵੇ। ਏਦਾਂ ਕਦੀ ਨਹੀਂ ਸੀ ਹੋਇਆ। ਇੱਥੇ ਭਾਰਤ ਦੇ ਪੈਸੇ ਨਾਲ ਭਾਰਤ 'ਚ ਵੀ ਰੈਲੀ ਹੋ ਰਹੀ ਹੈ, ਅਮਰੀਕਾ 'ਚ ਜਾ ਕੇ ਵੀ ਰੈਲੀ ਹੋ ਰਹੀ ਹੈ ਵੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਜਿਤਾ ਦਿਓ। ਪਰ ਕਰੋਨਾ ਦੇ ਨਾਲ ਅਸੀਂ ਕਿੱਦਾਂ ਜਿੱਤਣਾ ਆ, ਇਹਦੇ ਬਾਰੇ ਕੋਈ ਚਿੰਤਾ। ਫਿਰ ਉਸ ਤੋਂ ਬਾਅਦ
ਇਹ 24 ਫਰਵਰੀ ਦੀ ਗੱਲ ਹੈ। 24 ਫਰਵਰੀ ਤੋਂ ਬਾਅਦ 24 ਮਾਰਚ ਤੱਕ ਲੋਕਡਾਊਨ ਨਹੀਂ ਸੀ ਕੀਤਾ। ਇੱਕ ਦਿਨ ਦੇ ਲਈ ਕੀਤਾ ਪਹਿਲੋਂ ਜਨਤਾ ਕਰਫਿਊ ਦੇ ਨਾਮ ਤੇ 22 ਮਾਰਚ ਨੂੰ, ਔਰ ਕਿਹਾ ਕਿ ਜਨਤਾ ਕਰਫਿਊ ਹੈ, ਸੋਸ਼ਲ ਡਿਸਟੈਂਸ ਬਣਾਉਣਾ ਹੈ। ਬੜਾ ਹੀ ਇਹਦੇ ਉੱਤੇ ਲੰਬੀ ਸਪੀਚ ਕੀਤੀ। ਸਾਡੇ ਪ੍ਰਧਾਨ ਮੰਤਰੀ ਜੀ ਨੂੰ ਆਦਤ ਹੈ ਲੰਬੀ ਸਪੀਚ ਦੀ, ਬੜੀ ਲੰਬੀ ਸਪੀਚ ਕੀਤੀ ਉਹਨਾਂ ਨੇ। ਵੀ ਕਹਿੰਦੇ ਬਣਾ ਕੇ ਰੱਖਣੀ ਹੈ ਤੇ ਸ਼ਾਮ ਨੂੰ ਕਹਿੰਦੇ ਫਿਰ ਤਾਲੀਆਂ ਵਜਾਣੀਆਂ ਆ। ਤੇ ਹੋਇਆ ਕਿ ਜਿੱਦਾਂ ਹੀ 5 ਵਜੇ ਸਾਰੀ ਸੋਸ਼ਲ ਡਿਸਟੈਂਸ ਖਤਮ, ਧੱਜੀਆਂ ਉੜ ਗਈਆਂ, ਲੋਕ ਸੜਕਾਂ ਤੇ ਆ ਗਏ, ਬੜੀ ਰੈਲੀਆਂ ਹੋ ਗਈਆਂ, ਲੋਕਾਂ ਦੇ ਜਿੰਦਾਬਾਦ ਮੁਰਦਾਬਾਦ ਹੋ ਗਏ। ਜਿਹੜੀ ਇਹ ਪਤਾ ਹੀ ਨਹੀਂ ਉਹਨਾਂ ਨੂੰ, ਸਾਨੂੰ ਸਾਡੀ ਸਰਕਾਰ ਨੂੰ ਵੀ ਕਿਹੜੇ ਟਾਈਮ ਕੀ ਕਰਨਾ ਜ਼ਰੂਰੀ ਹੈ। ਮਰਨ ਤੇ ਆ ਲੋਕ ਜਾਂਦੇ ਨਾ ਅਫਸੋਸ ਕਰਨ ਸੱਤ ਪਰਾਏ ਦੇ, ਤਾਂ ਵੀ ਆਪਣਾ ਮੂੰਹ ਅਫਸੋਸ ਵਰਗਾ ਬਣਾ ਕੇ ਜਾਂਦੇ। ਸਾਡਾ ਪ੍ਰਧਾਨ ਮੰਤਰੀ ਨੂੰ ਪਤਾ ਹੀ ਨਹੀਂ ਵੀ ਦੁਨੀਆ ਮਰ ਰਹੀ ਹੈ, ਇਸ ਟਾਈਮ ਮੈਨੂੰ ਕਿਹੜਾ ਮੂੰਹ ਬਣਾ ਕੇ ਆਉਣਾ ਚਾਹੀਦਾ ਹੈ, ਪਬਲਿਕ ਤੋਂ ਕੀ ਉਮੀਦ ਕਰਨੀ ਚਾਹੀਦੀ ਹੈ। 24 ਫਰਵਰੀ ਤੋਂ 24 ਮਾਰਚ ਤੱਕ ਕਿੰਨਾ ਅਸੀਂ ਕਰ ਸਕਦੇ ਸੀ ਜੇ ਅਸੀਂ, ਸਾਡੇ ਕੋਲ ਜੇ ਇੰਡਸਟਰੀ ਹੈ, ਬੰਬੇ ਚ ਇੰਡਸਟਰੀ ਹੈ, ਅਹਿਮਦਾਬਾਦ ਚ ਇੰਡਸਟਰੀ ਹੈ, ਬੈਂਗਲੌਰ ਚ ਇੰਡਸਟਰੀ ਹੈ, ਦਿੱਲੀ ਚ ਹੈ, ਜਾਂ ਦੂਜੀ ਤਰੀਕੇ ਦੇ ਮਜ਼ਦੂਰ ਆ ਜਿਹੜੇ ਖੇਤਾਂ 'ਚ ਕੰਮ ਕਰ ਰਹੇ ਆ, ਜੇ ਅਸੀਂ ਉਹਨਾਂ ਨੂੰ ਰੋਟੀ ਨਹੀਂ ਦੇ ਸਕਦੇ ਤੇ ਸਾਨੂੰ 24 ਫਰਵਰੀ ਤੋਂ ਹੀ ਉਹਨਾਂ ਦੀ ਵਾਪਸੀ ਦੇ ਇੰਤਜ਼ਾਮ ਕਰ ਦੇਣੇ ਚਾਹੀਦੇ ਸੀ। ਸਾਨੂੰ ਹੱਥ ਖੜੇ ਕਰਨੇ ਚਾਹੀਦੇ ਸੀ ਸਰਕਾਰ ਨੂੰ ਆ ਕੇ, ਜਿੱਦਾਂ ਸੁਪਰੀਮ ਕੋਰਟ 'ਚ ਕੀਤੇ ਆ। ਹੁਣ ਇਹੀ ਸਰਕਾਰ ਜਿਹੜੀ ਉਦੋਂ ਕਹਿ ਰਹੀ ਸੀ ਵੀ ਮਜ਼ਦੂਰ ਜਾ ਕੇ ਨਹੀਂ, ਇਹਨਾਂ ਨੂੰ ਰੋਟੀ ਮਿਲੇਗੀ, ਇਹਨਾਂ ਦੀ ਤਨਖਾਹ ਵੀ ਨਹੀਂ ਕੱਟੀ ਜਾਏਗੀ, ਇਹੀ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕਹਿਤਾ ਵੀ ਤਨਖਾਹ ਦਾ ਮਸਲਾ ਸਾਡਾ ਨਹੀਂ, ਇਹ ਮਜ਼ਦੂਰ ਤੇ ਮਾਲਕਾਂ ਦੇ ਵਿਚਕਾਰ ਦਾ ਝਗੜਾ ਆ, ਇਹ ਤਨਖਾਹ ਲੈ ਲੈਣ। ਤੇ ਇਹ ਤਾਂ ਪਹਿਲੇ ਹੱਥ ਖੜੇ ਕਰ ਦੇਣੇ ਚਾਹੀਦੇ ਵੀ ਸਰਕਾਰ। ਮੈਂ ਤੁਹਾਡੇ ਇੱਥੇ ਗੱਲ ਜਿਹੜਾ ਰੋਕ ਰਿਹਾ, ਬਿਲਕੁਲ ਹੱਥ ਜਿਹੜੇ ਸਰਕਾਰ ਨੇ ਇਸ ਸਮੇਂ ਖੜੇ ਕਰ ਦਿੱਤੇ ਨੇ। ਹਰ ਟਾਈਮ ਜਿਹੜੀ ਗਾਈਡਲਾਈਨਸ ਉਹ ਬਦਲਦੀਆਂ ਜਾ ਰਹੀਆਂ ਨੇ। ਕੀ ਤੁਹਾਨੂੰ ਲੱਗਦਾ ਵੀ ਇਹ ਅਣਜਾਣ ਨੇ, ਸਰਕਾਰ ਅਣਜਾਣ, ਨੂੰ ਪਤਾ ਹੀ ਨਹੀਂ ਵੀ ਗਾਈਡਲਾਈਨ ਸਾਡੀਆਂ ਹੋਣੀਆਂ ਕੀ ਚਾਹੀਦੀਆਂ? ਅਸਲ 'ਚ ਜਿਹੜਾ ਸਾਡੀ ਸਰਕਾਰ ਹੈ ਦੇਸ਼ ਦੀ, ਸਾਡੀ ਸਰਕਾਰ ਦੋ ਐਸੇ ਲੋਕਾਂ ਦੇ ਹੱਥ ਦੇ ਵਿੱਚ ਆ ਗਈ ਹੈ ਜਿਨ੍ਹਾਂ ਚੋਂ ਇੱਕ ਕਦੀ ਉਹ ਰਾਤ ਨੂੰ ਸੁਪਨਾ ਲੈਂਦਾ ਹੈ ਨਹਿਰੂ ਬਣਨ ਦਾ, ਕਦੀ ਸਵੇਰੇ ਉੱਠਦੇ ਹੀ ਬਦਲ ਦਿੰਦਾ, ਫਿਰ ਕਹਿੰਦਾ ਮੈਂ ਇੰਦਰਾ ਬਣਨਾ ਹੈ। ਉਹ ਆਪ ਬਣ ਹੀ ਨਹੀਂ ਰਿਹਾ, ਜੋ ਆਪ ਹੈ ਉਹ ਆਪ ਬਣ ਨਹੀਂ ਰਿਹਾ। ਦੂਜਾ ਆਦਮੀ ਹੈ ਜਿਹੜਾ ਸਾਡਾ ਗ੍ਰਹਿ ਮੰਤਰੀ ਹੈ, ਉਹ ਪੂਰੇ ਇਸ ਜਿੰਨੀ ਜਦੋਂ ਤੱਕ ਇਹ ਮੁਸੀਬਤ ਚੱਲ ਰਹੀ ਹੈ, ਬਿਹਾਰ ਦੀ ਜਿਹੜੀ ਵਰਚੁਅਲ ਰੈਲੀ ਕੀਤੀ ਉਦੋਂ ਤੱਕ ਉਹ ਬਾਹਰ ਨਹੀਂ ਆਇਆ ਜੀ। ਔਰ ਹੋਰ ਕੀ ਕਰ ਰਹੇ ਆ, ਜੇ ਕੀਤਾ ਉਸਨੇ ਤੇ ਦਿੱਲੀ ਏਮਸ ਦੇ ਡਾਇਰੈਕਟਰ ਨੂੰ ਲੈ ਕੇ ਅਹਿਮਦਾਬਾਦ ਗਏ ਆ, ਗੁਜਰਾਤ। ਕੇਵਲ ਗੁਜਰਾਤ ਬਚਾਉਣਾ ਜ਼ਰੂਰੀ ਹੈ। ਜੇ ਇੱਥੇ ਦਿੱਲੀ 'ਚ ਡਾਕਟਰ ਹੈ, ਦਿੱਲੀ 'ਚ ਵੀ ਕੇਸ ਹੋ ਰਹੇ ਆ, ਉੱਥੇ ਵੀ ਡਾਕਟਰਾਂ ਦੀ ਲੋੜ ਹੈ, ਤੇ ਤੁਸੀਂ ਅਹਿਮਦਾਬਾਦ 'ਚ ਇੱਕ ਡਾਕਟਰ ਨਹੀਂ ਬਣਾਇਆ, ਜੇ ਤੁਸੀਂ ਤਾਂ ਮਾਡਲ ਬਣਾਇਆ ਸੀ ਗੁਜਰਾਤ ਨੂੰ, ਤੁਹਾਡੇ ਕੋਲ ਉਦਾਂ ਦਾ ਇੱਕ ਏਮਸ ਵਰਗਾ ਡਾਕਟਰ ਹੈ ਨਹੀਂ ਵੀ ਇੱਥੋਂ ਲੈ ਕੇ ਜਾ ਰਹੇ ਆ। ਇਹ ਦੋਨੋਂ ਆਦਮੀ ਸਰਕਾਰ ਨਹੀਂ ਚਲਾ ਰਹੇ। ਕਦੀ ਕਦੀ ਏਦਾਂ ਲੱਗਦਾ ਆ ਵੀ ਇਹਨਾਂ ਨੂੰ ਕੁਝ ਪੂੰਜੀਪਤੀ ਚਲਾ ਰਹੇ, ਜਿਹਦੀ ਸ਼ਿਕਾਇਤ ਆਈ ਗੁਜਰਾਤ ਤੋਂ ਹੀ। ਅੱਛਾ, ਗੁਜਰਾਤ ਸਰ ਇੱਕ ਵੱਡਾ ਸਵਾਲ ਇੱਥੇ ਆ, ਮੈਂ ਥੋੜੀ ਗੱਲ ਕੱਟ ਰਿਹਾ, ਪਰ ਇੱਕ ਵੱਡਾ ਸਵਾਲ ਇਹ ਆ ਕਿ ਇੱਥੇ ਅਮੀਰਾਂ ਤੇ ਗਰੀਬਾਂ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਦੇਖਿਆ ਜਾ ਰਿਹਾ, ਖਾਸ ਕਰਕੇ ਕਰੋਨਾ ਨੂੰ ਲੈ ਕੇ, ਵੀ ਅਮੀਰਾਂ ਨੂੰ ਹੋਰ ਤਰ੍ਹਾਂ ਟ੍ਰੀਟ ਕੀਤਾ ਜਾ ਰਿਹਾ ਤੇ ਗਰੀਬਾਂ ਨੂੰ ਹੋਰ ਤਰ੍ਹਾਂ। ਬਿਲਕੁਲ, ਗਰੀਬ ਨੂੰ ਉਹਦੇ ਲਈ ਤਾਂ ਬੱਸ ਦਾ ਇੰਤਜ਼ਾਮ ਨਹੀਂ ਹੋਇਆ, ਟ੍ਰੇਨ ਦਾ ਇੰਤਜ਼ਾਮ ਨਹੀਂ ਹੋਇਆ ਇਹਨਾਂ ਦੇ ਕੋਲੋਂ। ਉਹ ਬਹੁਤ ਲਾਸਟ ਪੂਰਾ 1.5 ਮਹੀਨਾ ਬੀਤ ਜਾਣ ਤੋਂ ਬਾਅਦ ਫੇਰ ਟ੍ਰੇਨਾਂ ਚਲਾ ਰਹੇ, ਜਦੋਂ ਲੋਕ ਪੈਦਲ ਸੜਕਾਂ ਤੇ ਆ ਗਏ, ਜਦੋਂ ਔਰਤਾਂ ਨੇ ਆਪਣੇ ਪੇਟ 'ਚ ਵੀ ਅੰਦਰ ਵੀ ਬੱਚਾ, ਉਹਨਾਂ ਦੇ ਉਹਨਾਂ ਦੇ ਮੋਢੇ ਤੇ ਵੀ ਬੱਚਾ, ਉਦੋਂ ਜਦੋਂ ਤੁਰਦੀਆਂ ਸ਼ੁਰੂ ਹੋਈਆਂ, ਜਦੋਂ ਇੱਕ ਔਰਤ ਨੇ ਸੜਕ ਦੇ ਉੱਤੇ ਬੱਚੇ ਨੂੰ ਜਨਮ ਦੇ ਦਿੱਤਾ, ਇੱਕ ਔਰਤ ਦਾ ਪਤੀ ਐਕਸੀਡੈਂਟ 'ਚ ਮਾਰਿਆ ਗਿਆ, 16 ਲੋਕ ਰੇਲ ਦੇ ਉੱਤੇ ਕੱਟ ਕੇ ਮਰ ਗਏ। ਉਸ ਤੋਂ ਬਾਅਦ ਇਹਨਾਂ ਨੂੰ ਆਇਆ ਵੀ ਹੁਣ ਅਸੀਂ ਸ਼੍ਰਮਿਕ ਰੇਲਾਂ ਚਲਾ ਦਈਏ, ਔਰ ਉਹ ਵੀ ਪੂਰੀਆਂ ਨਹੀਂ ਚਲਾਈਆਂ, ਜਿੰਨੀ ਜ਼ਰੂਰ ਸੀ ਉਨੀ ਨਹੀਂ ਚਲਾ ਸਕੇ। ਜੇ ਚਲਾਈਆਂ ਤੇ ਦੇਖੋ ਉਹਨਾਂ ਨਾਲ ਕੀਤਾ ਕੀ ਇਹਨਾਂ ਨੇ। ਇੱਕ ਟ੍ਰੇਨ ਜਿਹੜੀ 24 ਘੰਟੇ 'ਚ ਪਹੁੰਚ ਸਕਦੀ ਹੈ ਅਹਿਮਦਾਬਾਦ ਤੋਂ ਕਾਨਪੁਰ, ਉਹ 65 ਘੰਟੇ 'ਚ ਕਿਉਂ ਪਹੁੰਚ ਰਹੀ, ਜਦਕਿ ਸਾਰੇ ਟਰੈਕ ਖਾਲੀ ਪਏ ਆ। 18,000 ਟ੍ਰੇਨ ਚੱਲਦੀ ਸੀ ਇੰਡੀਆ 'ਚ, 18,000 ਟ੍ਰੇਨ ਦੀ ਜਗ੍ਹਾ ਕੁਝ 100 ਟ੍ਰੇਨਾਂ ਸ਼ੁਰੂ ਹੋਈਆਂ, ਇਹਨਾਂ ਕੋਲੋਂ ਉਹ ਨਹੀਂ ਚੱਲ ਪਾ ਰਹੀਆਂ। ਤੇ ਕਿੱਦਾਂ ਕਵਾਂਗੇ ਸਰਕਾਰ ਹੈ, ਤੇ ਦੂਜੇ ਪਾਸੇ ਜਿਹੜੇ ਅਮੀਰ ਹੈ ਉਹਨਾਂ ਲਈ ਜਹਾਜ਼ਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ।
ਜਹਾਜ਼ ਦਾ ਇੰਤਜ਼ਾਮ ਕੀਤਾ ਜਾ ਰਿਹਾ, ਅਮੀਰ ਔਰ ਗਰੀਬ 'ਚ ਵੀ ਵੰਡਿਆ ਜਾ ਰਿਹਾ ਆ, ਔਰ ਇੱਥੇ ਹਿੰਦੂ ਔਰ ਮੁਸਲਿਮ 'ਚ ਵੀ ਵੰਡਿਆ ਜਾ ਰਿਹਾ। ਜਿਹੜੇ ਲੋਕਾਂ ਨੇ ਜਾ ਕੇ ਦਿੱਲੀ ਦੀ ਮਸਜਿਦ ਦੇ ਵਿੱਚ ਲਿਖ ਕੇ ਦਿੱਤਾ ਵੀ ਸਾਡੇ ਕੋਲ ਬਾਹਰੋਂ ਲੋਕ ਰੁਕੇ ਹੋਏ ਆ, ਤੁਸੀਂ ਬੱਸਾਂ ਦਾ ਇੰਤਜ਼ਾਮ ਕਰ ਦਿਓ, ਕੋਈ ਹੋਰ ਇੰਤਜ਼ਾਮ ਕਰ ਦਿਓ, ਅਸੀਂ ਇਹਨਾਂ ਨੂੰ ਵਾਪਸ ਭੇਜ ਦਈਏ। ਇਹ ਵੀ ਇੱਕ ਲੈਟਰ ਹੈ ਉਹਨਾਂ ਦਾ, ਜਿਸ ਲੈਟਰ ਨੂੰ ਅਥਾਰਟੀ ਨੇ ਰਿਸੀਵ ਕੀਤਾ ਹੈ, ਰਿਸੀਵਿੰਗ ਦੀ ਮੋਹਰ ਉਹਦੇ ਉੱਤੇ ਲੱਗੀ ਹੋਈ। ਉਹਨਾਂ ਤਾਂ ਕਹਿੰਦੇ ਇਹ ਇੱਥੇ ਛੁਪ ਕੇ ਬੈਠੇ ਆ। ਇਹ ਜਿਹੜੇ ਅਯਾਸ਼ੀ ਕਰ ਰਹੇ ਸੀ ਗੋਆ 'ਚ, ਅਯਾਸ਼ੀ ਕਰਨ ਆਉਂਦੇ ਜਿੱਥੇ ਲੋਕ, ਉਹਨਾਂ ਜਹਾਜ਼ ਦਾ ਇੰਤਜ਼ਾਮ ਉਸ ਤੋਂ ਮਸਜਿਦ ਵਾਲੀ ਘਟਨਾ ਤੋਂ ਬਾਅਦ ਜਹਾਜ਼ ਭਰ ਕੇ ਉੱਥੋਂ ਉਹਨਾਂ ਟੂਰਿਸਟ ਨੂੰ ਕੱਢਿਆ ਜਾ ਰਿਹਾ, ਉਹਦਾ ਮਸਲਾ ਨਹੀਂ ਬਣਾਇਆ ਜਾ ਰਿਹਾ। ਜਾਨੀ ਸਾਨੂੰ ਇਹ ਵੀ ਨਹੀਂ ਪਤਾ ਵੀ ਜਦੋਂ ਆਦਮੀ ਮਰਦਾ ਆ ਤੇ ਦੁਸ਼ਮਣੀ ਭੁਲਾ ਦਿੰਦਾ, ਆਦਮੀ ਸਾਰੇ ਗਿਲੇ ਸ਼ਿਕਵੇ ਭੁਲਾ ਦਿੰਦਾ। ਅੱਜ ਇਨਸਾਨ ਮਰ ਰਿਹਾ ਆ, ਪਰ ਸਾਡੀ ਸਰਕਾਰ ਜਿਹੜੀ ਆ ਉਹ ਅੱਜ ਵੀ ਹਿੰਦੂ ਮੁਸਲਿਮ ਔਰ ਹਿੰਦੂ ਸਿੱਖ ਵੀ ਹੋਇਆ। ਜੇ ਤੁਹਾਨੂੰ ਸ਼ਾਇਦ ਯਾਦ ਹੋਵੇ, ਜਦੋਂ ਪੰਜਾਬ 'ਚ ਪਹਿਲਾ ਕੇਸ ਹੋਇਆ ਕਰੋਨਾ ਦਾ, ਸਰਦਾਰ ਬਲਦੇਵ ਸਿੰਘ ਜੀ ਦਾ, ਤੇ ਉਹ ਬੜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਜਿੱਦਾਂ ਬਲਦੇਵ ਸਿੰਘ ਜੀ ਨੇ ਨਾ ਘਰ ਬਹਿ ਕੇ ਕਰੋਨਾ ਬਣਾਇਆ ਹੋਵੇ ਆਪ, ਏਦਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਕਰੋਨਾ ਮੈਨੂੰ ਵੀ ਹੋ ਸਕਦਾ ਹੈ, ਪ੍ਰਧਾਨ ਮੰਤਰੀ ਨੂੰ ਵੀ ਹੋ ਸਕਦਾ ਆ, ਇਹ ਤਾਂ ਹਲੇ ਦੁਨੀਆ ਨੇ ਲੱਭਿਆ ਹੀ ਨਹੀਂ ਵੀ ਆਇਆ ਕਿੱਥੋਂ ਹੈ। ਇਹਦੇ ਉੱਤੇ ਤਾਂ ਹਲੇ ਕਿਆਸ ਚੱਲ ਰਹੇ ਆ। ਹਾਂ, ਇੱਕ ਰਾਏ ਜ਼ਰੂਰ ਸਾਇੰਟਿਸਟਾਂ ਦੀ ਆਈ ਹੈ, ਜਿਹਨੂੰ ਅਸੀਂ ਮੰਨਣ ਦੀ ਸੋਚ ਰਹੇ ਆ ਕਿ ਸਾਇੰਟਿਸਟ ਕਹਿੰਦੇ ਵੀ ਜਿਹੜੀ ਨੈਚੁਰਲ ਚੀਜ਼ ਹੁੰਦੀ, ਨੈਚੁਰਲ ਜਿਹੜਾ ਜੀਵ ਹੁੰਦਾ ਆ, ਕੋਈ ਵੀ, ਚਾਹੇ ਇਨਸਾਨ ਹੋਵੇ ਚਾਹੇ ਕੋਈ ਜੀਵ ਹੋਵੇ, ਉਹ ਅਲੱਗ-ਅਲੱਗ ਐਟਮੋਸਫੇਅਰ 'ਚ ਨਹੀਂ ਰਹਿ ਸਕਦਾ। ਅਲੱਗ ਐਟਮੋਸਫੇਅਰ 'ਚ ਜਾ ਕੇ ਜਾਂ ਉਹ ਕਮਜ਼ੋਰ ਪਏਗਾ ਜਾਂ ਉਹ ਮਰ ਜਾਏਗਾ। ਪਰ ਕਰੋਨਾ ਕਿਤੇ ਵੀ ਨਹੀਂ ਮਰ ਰਿਹਾ, ਕਰੋਨਾ ਕਿਤੇ ਵੀ ਨਹੀਂ ਮਰ ਰਿਹਾ। ਰੂਸ ਵਰਗੀ ਠੰਡੀ ਜਗ੍ਹਾ 'ਚ ਵੀ ਨਹੀਂ ਮਰ ਰਿਹਾ ਆ, ਤੇ ਜਿਹੜੀ ਅਰਬ ਕੰਟਰੀਆਂ ਆ, ਕੁਵੈਤ ਆ, ਦੁਬਈ ਆ, ਉੱਥੇ ਵੀ ਨਹੀਂ ਮਰ ਰਿਹਾ ਆ। ਤੇ ਇਹਦਾ ਮਤਲਬ ਇਹ ਜਿਹੜਾ ਹੈ ਨਾ, ਇਹ ਨੈਚੁਰਲ ਨਹੀਂ ਹੈ। ਇੱਕ ਚੀਜ਼ ਤਾਂ ਮੰਨੀ ਜਾ ਸਕਦੀ, ਫਿਲਹਾਲ ਇੱਕ ਤਰਕ ਹੈ, ਸਾਇੰਟਿਸਟਾਂ ਨੇ ਕਿਹਾ ਆ, ਇਹਨੂੰ ਇੰਨਾ ਤਾਂ ਮੰਨਿਆ ਜਾ ਸਕਦਾ। ਪਰ ਜਦੋਂ ਲੱਭਿਆ ਨਹੀਂ, ਅਸੀਂ ਕਹੀਏ ਵੀ ਬਲਦੇਵ ਸਿੰਘ ਜੀ ਲੈ ਆਏ ਜਾਂ ਇਹਨੂੰ ਕੁਛ ਇਮਾਮ ਲੈ ਆਏ ਆ, ਤੇ ਇਹਦਾ ਮਤਲਬ ਅਸੀਂ ਕਰੋਨਾ ਨਾਲ ਨਹੀਂ ਲੜ ਰਹੇ, ਇਹਦਾ ਮਤਲਬ ਅਸੀਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਨਹੀਂ ਬਚਾ ਰਹੇ। ਅਸੀਂ ਆਪਣੀ ਲੜਾਈ ਹੋਰ ਹੀ ਪਾਸੇ, ਜਿਹਦੇ ਨਾਲ ਵੋਟਾਂ ਇਕੱਠੀਆਂ ਕਰਦੀਆਂ ਹੁੰਦੀਆਂ ਆ, ਅੱਜ ਦੀ ਲੜਾਈ ਉਸ ਪਾਸੇ ਲਿਜਾ ਰਹੇ। ਤੁਹਾਨੂੰ ਮੈਂ ਇੱਕ ਹੋਰ ਬੜੀ ਸ਼ਰਮਨਾਕ ਘਟਨਾ ਦੱਸਣੀ ਚਾਹਨਾ। ਦੇਖੋ, ਸ੍ਰਿਸ਼ਟੀਕਰਤਾ ਵਾਲਮੀਕੀ ਦਇਆਵਾਨ ਨੇ ਰਮਾਇਣ ਦੀ ਰਚਨਾ ਇੱਕ ਛੋਟੇ ਜਿਹੇ ਪੰਛੀ ਦੇ ਮਰਨ ਤੇ ਕਰਤੀ ਸੀ, ਕਰੌਂਚ ਦੇ, ਵੀ ਕਰੌਂਚ ਨੂੰ ਵੀ ਕਿਉਂ ਮਾਰਿਆ। ਤੇ ਇੱਕ ਹਥਨੀ ਦੀ ਮ੍ਰਿਤੂ ਹੋਈ, ਸਾਨੂੰ ਵੀ ਦੁੱਖ ਹੈ। ਇੱਕ ਹਥਨੀ ਉਹਨੂੰ ਜ਼ਹਿਰ ਦੇ ਕੇ, ਪਟਾਕਾ ਆਪਣੀ ਜੋ ਵੀ ਕਹਿ ਰਹੇ, ਹਲੇ ਉਹਦਾ ਕੀ ਉਹਦੇ ਮੂੰਹ 'ਚ ਰੱਖ ਕੇ ਉਹਨੂੰ ਮਾਰ ਦਿੱਤਾ। ਪਰ ਇੱਕ ਲੜਕੀ ਨੂੰ ਜਾਮੀਆ ਤੋਂ ਅਰੈਸਟ ਕੀਤਾ ਗਿਆ, ਜਾਮੀਆ ਤੋਂ, ਯੂਨੀਵਰਸਿਟੀ 'ਚੋਂ ਅਰੈਸਟ ਕੀਤਾ ਗਿਆ, ਜਿਹੜੀ ਪ੍ਰੈਗਨੈਂਟ ਹੈ। ਉਹਨੂੰ ਜਦੋਂ ਅਦਾਲਤ ਬੇਲ ਦਿੰਦੀ ਹੈ ਤੇ ਦੁਬਾਰਾ ਪੁਲਿਸ ਉੱਤੇ ਪਰਚਾ ਦਰਜ ਕਰਕੇ ਉਹਨੂੰ ਫੇਰ ਜੇਲ੍ਹ ਭੇਜ ਰਹੀ ਹੈ। ਇੱਥੇ ਕੋਈ ਇਨਸਾਨੀਅਤ ਨਹੀਂ। ਉੱਥੇ ਵੀ ਇਨਸਾਨੀਅਤ ਹੋਣੀ ਚਾਹੀਦੀ ਵੀ ਇੱਕ ਲੜਕੀ ਹੈ ਔਰ ਪ੍ਰੈਗਨੈਂਟ ਹੈ, ਉਹਦੇ ਪੇਟ 'ਚ ਬੱਚਾ ਆ, ਜੇਲ੍ਹ 'ਚੋਂ ਤੁਸੀਂ ਲੋਕਾਂ ਨੂੰ ਬਾਹਰ ਕੱਢ ਰਹੇ ਹੋ ਵੀ ਜਿਨ੍ਹਾਂ ਦੇ ਉੱਤੇ ਛੋਟੇ ਕੇਸ ਆ ਉਹਨਾਂ ਨੂੰ ਬਾਹਰ ਕੱਢ ਦਿਓ ਤਾਂ ਕਿ ਕਰੋਨਾ ਨਾ ਫੈਲ ਜਾਏ। ਤੇ ਇੱਕ ਲੜਕੀ ਨੂੰ ਇਸ ਕਰਕੇ ਕਿਉਂਕਿ ਉਹ ਮੁਸਲਮਾਨ, ਉਹਦੇ ਉੱਤੇ ਕੇਸ ਪਾ ਰਹੇ ਹੋ ਤੁਸੀਂ। ਜਾਨੀ ਸਾਡੀ ਸਰਕਾਰ ਹਾਲੇ ਵੀ ਸੁਧਰ ਨਹੀਂ ਰਹੀ ਹੈਗੀ। ਸਰਕਾਰ ਨੂੰ ਪਤਾ ਹੀ ਨਹੀਂ। ਮੈਂ ਕਹਿੰਦਾ ਆਪਣੇ ਸਾਥੀਆਂ ਨੂੰ, ਮੈਨੂੰ ਨਹੀਂ ਪਤਾ ਆਪਾਂ ਆਪਸ 'ਚ ਮਿਲਣਾ ਕਿ ਨਹੀਂ ਮਿਲਣਾ, ਇਹ ਏਦਾਂ ਦੀ ਬਿਮਾਰੀ ਜੀ। ਪਰ ਸਰਕਾਰ ਸਾਡੀ ਇੰਨੇ ਹੰਕਾਰ 'ਚ ਹੈ, ਉਹ ਸੋਚ ਰਿਹਾ ਵੀ ਅਸੀਂ ਹੀ ਜੀਣਾ ਤੇ ਬਾਕੀ ਸਾਰੇ ਮਰ ਜਾਣੇ, ਮੁਸਲਮਾਨ ਵੀ ਮਰਨਗੇ, ਸਿੱਖ ਵੀ ਮਰਨਗੇ, ਈਸਾਈ ਵੀ ਮਰਨਗੇ, ਦਲਿਤ ਵੀ ਮਰਨਗੇ, ਬਾਕੀ ਸਿਰਫ ਇਹੀ ਜਿੰਦਾ ਰਹਿਣਗੇ। ਪਰ ਅੱਜ ਦੁਨੀਆ 'ਚ ਕੋਈ ਵੀ ਕਿਸੇ ਨਾਲੋਂ ਜੀ ਨਹੀਂ ਸਕਦਾ ਜੀ। ਅੱਛਾ, ਮੈਂ ਤੁਹਾਨੂੰ ਗੱਲ ਹੋਰ ਪੁੱਛਣਾ ਚਾਹੁੰਦਾ ਕਿ ਜਦ ਹੁਣ ਜਿਵੇਂ ਕਰੋਨਾ ਬੜੀ ਤੇਜ਼ੀ ਨਾਲ ਫੈਲਦਾ ਪਿਆ ਤੇ ਪਰ ਹੁਣ ਸਰਕਾਰ ਨੇ ਆਪਣੇ ਹੱਥ ਖੜੇ ਕਰ ਦਿੱਤੇ ਨੇ, ਤੇ ਹੁਣ ਸਾਨੂੰ ਕਰਨਾ ਕੀ ਚਾਹੀਦਾ ਇਸ ਸਮੇਂ? ਹੁਣ ਤਾਂ ਸਾਨੂੰ ਆਪਸ 'ਚ ਆਪਣੀ ਸਿਕਿਉਰਿਟੀ, ਆਪਣੀ ਵੀ ਤੇ ਦੂਜੇ ਦੀ, ਜਿਹੜਾ ਮੇਰੇ ਸੰਪਰਕ 'ਚ ਆ ਰਿਹਾ ਜਾਂ ਮੈਂ ਜਿਹਦੇ ਸੰਪਰਕ 'ਚ ਆ ਰਿਹਾ, ਪਹਿਲੇ ਤੋਂ ਸਭ ਤੋਂ ਪਹਿਲਾਂ ਜੋ ਡਾਕਟਰ ਕਹਿ ਰਹੇ ਆ, ਸਾਨੂੰ ਉਹਦੇ ਉੱਤੇ ਅਲਰਟ ਰਹਿਣ ਦੀ ਜ਼ਰੂਰਤ ਹੈ। ਫਿਰ ਡਾਕਟਰ ਦੂਸਰੀ ਗੱਲ ਜਿਹੜੀ ਕਹਿ ਰਹੇ ਆ, ਉਹ ਵੀ ਕੋਈ ਜ਼ਿਆਦਾ ਖਰਚੇ ਵਾਲੀ ਨਹੀਂ ਹੈ। ਇੱਕ ਤਾਂ ਡਿਸਟੈਂਸ ਹੈ, ਦੂਸਰੀ ਗੱਲ ਉਹ ਕਹਿ ਰਹੇ ਵੀ ਗਰਮ ਪਾਣੀ ਲਗਾਤਾਰ ਲਓ, ਗਰਮ ਪਾਣੀ। ਚਾਹ ਆਦਮੀ ਦੇ ਹਿੱਸੇ 'ਚ ਆਂਦੀ ਹੈ, ਚਾਹ, ਕੌਫੀ ਨਹੀਂ ਕਹੀ ਉਹਨਾਂ ਨੇ, ਗਰੀਬ ਆਦਮੀ ਦੇ ਵੀ 3-4 ਵਾਰ ਚਾਹ ਲੈ ਲਓ।
ਸਾਨੂੰ ਜਿੰਨੀਆਂ ਅਸੀਂ ਕਰ ਸਕਦੇ ਆ ਸਾਨੂੰ ਆਪ ਕਰਨਾ ਪੈਣਾ। ਸਰਕਾਰ ਨੇ ਤਾਂ ਕੁਝ ਨਹੀਂ ਕਰਨਾ। ਸਰਕਾਰ ਨੇ ਤਾਂ ਹਰ ਕਿਸੇ ਲਈ ਇੱਥੋਂ ਤੱਕ, ਇਹ ਤੁਹਾਡੀ ਨੌਲੇਜ ਵੀ ਹੋਏਗਾ ਕਿ ਸਰਕਾਰ ਨੇ ਜਿਹੜਾ ਪੈਸਾ ਇਕੱਠਾ ਕੀਤਾ, ਪਹਿਲਾਂ ਇਕੱਠਾ ਕਰਨ ਲੱਗੇ ਦਿਮਾਗ ਬੇਈਮਾਨ। ਪਹਿਲੋਂ ਪੈਸਾ ਇਕੱਠਾ ਹੁੰਦਾ ਸੀ ਪ੍ਰਧਾਨ ਮੰਤਰੀ ਰਿਲੀਫ ਫੰਡ ਦੇ ਨਾਮ ਤੇ। ਇਹਨਾਂ ਨੇ ਨਵਾਂ ਅਕਾਊਂਟ ਤਿਆਰ ਕੀਤਾ PM ਕੇਅਰ। ਉਹਦਾ ਜਵਾਬ ਦਿੱਤਾ ਵੀ ਕਿਉਂ। ਉਹਦੇ ਵਿੱਚ ਪਹਿਲੋਂ ਇਸ ਫੰਡ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਵੀ ਲਿਆ ਜਾਂਦਾ ਸੀ, ਉਹਨੂੰ ਵੀ ਨਹੀਂ ਲਿਆ। ਹੁਣ ਤਾਂ ਇੱਥੋਂ ਤੱਕ ਬੇਸ਼ਰਮੀ ਆ ਗਈ। ਸੁਪਰੀਮ ਕੋਰਟ ਨੇ ਪੁੱਛਿਆ ਵੀ ਫਿਲਹਾਲ ਇੰਨਾ ਹੀ ਦੱਸ ਦਿਓ ਕਿ ਪੈਸਾ ਆਇਆ ਕਿੰਨਾ, ਚਲੋ ਖਰਚ ਕਿੱਥੇ ਕੀਤਾ ਇਹ ਬਾਅਦ ਚੋਂ ਦੱਸ ਦਿਓ, ਪਹਿਲੋਂ ਇਹ ਦੱਸ ਦਿਓ ਵੀ ਆਇਆ ਕਿੰਨਾ। ਇਹ ਵੀ ਨਹੀਂ ਦੱਸ ਸਕੀ ਸਰਕਾਰ ਵੀ ਉਹ ਪੈਸਾ ਆਇਆ ਕਿੰਨਾ, ਦੱਸ ਨਹੀਂ ਸਕੀ, ਦੱਸਣਾ ਚਾਹੁੰਦੀ ਨਹੀਂ ਵੀ ਉਹ ਪੈਸਾ ਆਇਆ, ਦੱਸਣਾ ਚਾਹੁੰਦੀ ਨਹੀਂ, ਬਿਲਕੁਲ ਨਹੀਂ ਚਾਹੁੰਦੀ ਹੈ। ਇਹ ਇਸ ਕਰਕੇ ਤਾਂ ਲੋਕਾਂ ਨੂੰ ਆਪਣੀ ਸਿੱਧੀ ਕਰ ਰਹੀ ਆਪਾਂ ਇਹ ਵੀ ਕਹਿ ਸਕਦੇ ਹਾਂ ਜੀ ਕਿ ਵੀ ਸਰਕਾਰ ਤਾਂ ਨਹੀਂ ਦੱਸਣਾ ਚਾਹੁੰਦੀ ਕਿਉਂਕਿ ਮਨ 'ਚ ਬੇਈਮਾਨੀ ਆ ਤੇ ਪੈਸਾ ਜਿਹੜਾ ਲੱਗਿਆ ਤਾਂ ਕਿਤੇ ਦਿਖ ਵੀ ਨਹੀਂ ਰਿਹਾ। ਜੇਕਰ ਜਿੰਨਾ ਪੈਸਾ ਇਕੱਠਾ ਹੋਇਆ ਸੀ ਜੇ ਲੱਗਿਆ ਜਾਂਦਾ ਤਾਂ ਅੱਜ ਜਿਹੜੇ ਲੋਕ ਸੜਕਾਂ ਤੇ ਮਰੇ ਨੇ ਗਰੀਬ ਉਹ ਨਾ ਮਰਦੇ। ਜਿਹਨਾਂ ਰੋਟੀ ਦੀ ਲੋੜ ਸੀ ਉਹਨਾਂ ਰੋਟੀ ਵੀ ਮਿਲਦੀ ਤੇ ਜਿਨ੍ਹਾਂ ਇਲਾਜ ਹੋਣਾ ਇਲਾਜ ਵੀ ਹੁੰਦਾ। ਬਿਲਕੁਲ ਸਾਰਾ ਕੁਝ ਹੋ ਸਕਦਾ ਸੀ। ਮੈਂ ਇੱਕ ਛੋਟੀ ਜਿਹੀ ਮਿਸਾਲ ਦੇ ਰਿਹਾ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਲਾਂਕਿ ਉਹ ਸਰਕਾਰ ਨਹੀਂ ਹੈ, ਲੋਕਾਂ ਦੇ ਜਿਹੜਾ ਮੱਥਾ ਟੇਕਦੇ ਆ ਲੋਕ ਸ਼ਰਧਾ ਦੇ ਨਾਲ, ਉਹੀ ਪੈਸਾ ਹੈ ਉਹਨਾਂ ਦੇ ਕੋਲ। ਉਹਨਾਂ ਨੇ 2 ਲੱਖ ਆਦਮੀ ਨੂੰ ਸੁਬਾਹ ਸ਼ਾਮ ਖਾਣਾ ਦਿੱਤਾ, ਲਗਾਤਾਰ ਸੁਬਾਹ ਸ਼ਾਮ। ਜੇ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕਦੀ ਹੈ ਤੇ ਸਰਕਾਰ ਕੀ ਕੁਝ ਨਹੀਂ ਸੀ ਕਰ ਸਕਦੀ। ਸਿਰਫ ਹਿੰਮਤ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਮੈਂ ਹੋਰ ਲੋਕਾਂ ਨੂੰ ਵੀ ਦੇਖਿਆ, ਕਈ ਲੋਕਾਂ ਨੇ ਪ੍ਰਾਈਵੇਟ ਤੌਰ ਤੇ ਆਪਣੇ ਨਿੱਜੀ ਤੌਰ ਤੇ ਵੀ ਦਿੱਤਾ, ਪਰ ਉਹਨਾਂ ਨੇ ਉਸੇ ਟਾਈਮ ਦੱਸਿਆ ਵੀ ਜਦੋਂ ਮੈਂ ਪਾਣੀ ਦਾ ਗਲਾਸ ਲੈ ਕੇ ਖੜਾ ਹੋਇਆ ਤੇ ਗੁਆਂਢੀ ਚਾਹ ਲੈ ਕੇ ਆ ਗਿਆ, ਦੂਸਰਾ ਆਦਮੀ ਰੋਟੀ ਲੈ ਕੇ ਆ ਗਿਆ। ਵੀ ਜਦੋਂ ਤੁਸੀਂ ਅੱਛਾ ਕੰਮ ਕਰੋ ਤਾਂ ਦੂਜੇ ਵੀ ਆਂਦੇ ਆ ਤੁਹਾਡੀ ਮਦਦ ਲਈ, ਅੱਗੇ ਆਂਦੇ ਆ। ਪਰ ਸਰਕਾਰ ਨੇ ਚਾਹਿਆ ਨਹੀਂ, ਬਲਕਿ ਸਰਕਾਰ ਨੇ ਉਸ ਟਾਈਮ ਕਿ ਜਦੋਂ ਪੈਸੇ ਦੀ ਜ਼ਰੂਰਤ ਸੀ, ਸਿਰਫ 1000 ਕਰੋੜ ਰੁਪਏ ਦੀ ਲੋੜ ਸੀ, ਸਿਰਫ 1000 ਕਰੋੜ, ਸਾਰੇ ਦੇ ਸਾਰੇ ਜਿੰਨੇ ਵੀ ਲੋਕ ਆਪਣੇ ਘਰਾਂ ਨੂੰ ਵਾਪਸ ਜਾਣਾ ਚਾਹੁੰਦੇ ਸੀ ਸਾਰਿਆਂ ਨੂੰ ਪਹੁੰਚਾਇਆ ਜਾ ਸਕਦਾ ਸੀ। 1000 ਕਰੋੜ ਇਹ ਅਰਥ ਸ਼ਾਸਤਰੀਆਂ ਦਾ ਅਨੁਮਾਨ ਹੈ ਜਿਹੜਾ ਮੈਂ ਦੱਸ ਰਿਹਾ ਤੁਹਾਨੂੰ। 1000 ਕਰੋੜ ਇਹ ਤਾਂ 20 ਲੱਖ ਕਰੋੜ ਕਹਿ ਰਹੇ ਨਾ, ਸਿਰਫ 1000 ਕਰੋੜ ਚ ਲੋਕ ਘਰ ਪਹੁੰਚ। ਇੱਕ ਦੂਜਾ ਇਹਨਾਂ ਦੇ ਕੋਲੇ ਕਹਿੰਦੇ ਸਾਡੇ ਕੋਲ ਤਾਂ 3 ਸਾਲ ਦਾ ਅਨਾਜ ਪਿਆ ਆ, ਤਾਂ ਫੇਰ ਤਾਂ ਘਰ ਭੇਜਣ ਦੀ ਲੋੜ ਹੀ ਨਹੀਂ ਸੀ ਉਹਨਾਂ ਨੂੰ। 3 ਸਾਲ ਦਾ ਅਨਾਜ ਪਿਆ, ਤੁਸੀਂ 3 ਮਹੀਨੇ ਵੀ ਨਹੀਂ ਦੇ ਰਹੇ, 3 ਮਹੀਨੇ ਵੀ ਨਹੀਂ ਦੇ ਰਹੇ, ਉਹ ਚ ਵੀ ਸ਼ਰਤਾਂ ਲਗਾ ਰਹੇ ਹੋ, ਗੰਦੀਆਂ ਚੀਜ਼ਾਂ ਦੇ ਰਹੇ ਹੋ। ਇਸ ਟਾਈਮ ਆਦਮੀ ਨੇ ਕਿਹੜਾ ਲੁਕੋ ਲੈਣਾ ਹੈ। ਇਸ ਟਾਈਮ ਤਾਂ ਉਹਨੂੰ ਜੀਣ ਦੀ ਜ਼ਰੂਰਤ ਪਈ ਹੋਈ ਹੈ, ਉਹਨੂੰ ਖਾਣਾ ਦਿਓ। ਜੇ ਇਹੀ ਗੱਲ ਸਰਕਾਰ ਦੇ ਕੋਲ ਇੱਕ ਹੋਰ ਫੰਡ ਹੈ ਮਜ਼ਦੂਰਾਂ ਦਾ ਹੀ, PF, ਜੇ ਸਰਕਾਰ ਉਹਦੇ ਅੰਗੇਸਟ ਹੀ ਕਹਿ ਦਿੰਦੀ ਨਾ ਮਿਲ ਮਾਲਕਾਂ ਨੂੰ, ਫੈਕਟਰੀਆਂ ਨੂੰ, ਵੀ ਸਾਡੇ ਕੋਲ ਫੰਡ ਹੈ, ਤੁਸੀਂ ਘਬਰਾਓ ਨਾ, ਮਜ਼ਦੂਰਾਂ ਨੂੰ ਰੋਕ ਕੇ ਰੱਖੋ ਆਪਣੇ ਕੋਲ, ਇਹਨਾਂ ਨੂੰ ਦਿਨ ਰਾਤ ਰੋਟੀ ਦਿਓ ਤੇ ਸਰਕਾਰ ਤੁਹਾਨੂੰ ਪੈਸਾ ਦੇ ਦੇਗੀ। ਦਿੱਤਾ ਹੈ ਯੂਰਪ ਕੰਟਰੀਆਂ ਨੇ ਦਿੱਤਾ, ਅਮਰੀਕਾ ਦੀ ਕੰਟਰੀਆਂ ਨੇ ਦਿੱਤਾ ਆ। ਉਹਨਾਂ ਨੇ ਪਹਿਲੇ ਦਿਨ ਆਪਣੇ ਸਾਰੇ ਲੋਕਾਂ ਦੇ ਅਕਾਊਂਟ 'ਚ ਪੈਸਾ ਪਾ ਦਿੱਤਾ ਵੀ ਘਬਰਾਉਣ ਦੀ ਲੋੜ ਨਹੀਂ। ਉਹ ਜਾਨੀ ਉਹਨਾਂ ਦੇ ਲਈ ਜੀਵਨ ਪਹਿਲੋਂ, ਇਨਸਾਨ ਪਹਿਲੋਂ, ਆਦਮੀ ਪਹਿਲੋਂ, ਪਰ ਸਾਡੇ ਇੱਥੇ ਪੈਸਾ ਪਹਿਲੋਂ। ਅੱਛਾ ਸਰ ਤੁਸੀਂ ਇੱਕ ਗੱਲ ਹੁਣੇ ਇੱਕ ਗੱਲ ਕੀਤੀ ਤੁਸੀਂ ਨੇ ਲੰਗਰ ਨੂੰ ਲੈ ਕੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਲੰਗਰ ਚਲਾ ਰਹੀ ਸੀ, ਪਰ ਹੁਣ ਜਿਹੜਾ ਲੰਗਰ ਅਤੇ ਪ੍ਰਸ਼ਾਦ ਤੇ ਵੀ ਰੋਕ ਲਾ ਦਿੱਤੀ ਗਈ ਹੈ, ਉਸ ਬਾਰੇ ਕੀ ਕਹਿੰਦੇ ਹੋ? ਉਹ ਪ੍ਰਸ਼ਾਦ ਤੇ ਰੋਕ ਲਗਾਈ, ਦੇਖੋ ਉਦੋਂ ਨਹੀਂ ਲਗਾਈ ਜਦੋਂ ਅਸੀਂ ਪੂਰਾ ਲਾਕਅਪ ਕਰਕੇ ਬੈਠੇ ਸੀ। ਰੈਸਟੋਰੈਂਟ ਖੋਲ ਰਹੇ ਹੋ ਤੁਸੀਂ, ਉੱਥੇ ਵੀ ਤਾਂ ਖਾਣਾ ਕਿਸੇ ਦੇ ਹੱਥ ਨਾਲ ਖਾਊਗਾ, ਕਿੰਨੇ ਲੋਕ ਖਾਣਗੇ? ਤੇ ਗੁਰਦੁਆਰੇ ਦਾ ਖਾਣਾ ਉਹਦੇ ਉੱਤੇ ਤੁਸੀਂ ਪਾਬੰਦੀ ਲਗਾ ਰਹੇ ਹੋ। ਇਹਦਾ ਮਤਲਬ ਤੁਸੀਂ ਲੋਕਾਂ ਨੂੰ ਹਲੇ ਹੋਰ ਸਜ਼ਾ ਦੇਣਾ ਚਾਹ ਰਹੇ, ਲੋਕਾਂ ਨੂੰ ਹੋਰ ਤੜਪਾਉਣਾ ਚਾਹ ਰਹੇ। ਜਿਹੜਾ ਲੋਕਾਂ ਕੋਲ ਕੋਈ ਛੋਟੇ ਅੰਤਿਮ ਵਿਕਲਪ ਬਚੇ ਸੀ, ਤੁਸੀਂ ਉਹ ਵਿਕਲਪ ਵੀ ਰੋਕ ਦੇਣਾ ਚਾਹੁੰਦੇ। ਆਪ ਤੁਸੀਂ ਕੁਝ ਕਰ ਨਹੀਂ ਰਹੇ। ਜਾਂ ਤਾਂ ਹੋਟਲ ਔਰ ਰੈਸਟੋਰੈਂਟ ਵੀ ਨਾ ਖੋਲੋ, ਹੋਮ ਡਿਲੀਵਰੀ ਵੀ ਕਿਉਂ? ਹੋਮ ਡਿਲੀਵਰੀ ਨੂੰ ਸਾਨੂੰ ਕੀ ਪਤਾ ਕਿਹਨੇ ਬਣਾਇਆ ਆ, ਲੈ ਕੇ ਆਇਆ ਕਿ ਨਿਕਲ ਕੇ ਆਇਆ ਆ, ਔਰ ਹੋਇਆ ਆ। ਸ਼ੁਰੂ ਦੇ ਵਿੱਚ ਹੋਇਆ ਸੀ, ਉਦੋਂ 72 ਪਰਿਵਾਰਾਂ ਨੂੰ ਉਸ ਟਾਈਮ ਉਹਨਾਂ ਨੂੰ ਡਾਕਟਰੀ ਦੇਖ ਰੇਖ ਚ ਲੈਣਾ ਪਿਆ ਕਿ ਇੱਕ ਜਮੈਟੋ ਦਾ ਇੱਕ ਖਾਣਾ
ਸਪਲਾਈ ਕਰਨ ਵਾਲਾ, ਕੋਰੀਅਰ ਕਰਨ ਵਾਲਾ ਇੱਕ ਬੱਚਾ ਕਰੋਨਾ ਦਾ ਪੇਸ਼ੈਂਟ ਸੀ। 72 ਪਰਿਵਾਰ ਤੇ ਹੁਣ ਵੀ ਹੋ ਸਕਦੇ ਆ। ਇਹ ਬਿਲਕੁਲ ਬੇਕਾਰ ਗੱਲ ਹੈ। ਔਰ ਸ਼ਾਇਦ ਮੈਂ ਕਹਿੰਦਾ ਸ਼ਰਮ ਤੋਂ ਬਚਣਾ ਚਾਹ ਰਹੇ ਆ। ਸ਼ਾਇਦ ਜਿਹੜਾ ਸਵਾਲ ਕੋਈ ਨਹੀਂ ਕਹਿ ਰਿਹਾ, ਜਵਾਬ ਨਹੀਂ ਦੇ ਰਿਹਾ। ਮੈਂ ਜੀ ਬਿਲਕੁਲ। ਅੱਛਾ, ਪੰਜਾਬ ਸਰਕਾਰ ਦੇ ਇਸ ਸਮੇਂ ਪੰਜਾਬ ਸਰਕਾਰ ਦੇ ਰੋਲ ਬਾਰੇ ਕੀ ਕਹਿੰਦੇ ਹੋ? ਨਹੀਂ, ਮੈਂ ਇੱਕ ਗੱਲ ਪੂਰੀ ਕਰਨੀ ਚਾਹ ਰਿਹਾ ਪਿਛਲੀ, ਕਿ ਕੱਲਾ ਗੁਰਦੁਆਰਾ ਨਹੀਂ ਖੁੱਲ ਰਿਹਾ, ਸਾਰੇ ਮੰਦਿਰ ਵੀ ਖੁੱਲ ਰਹੇ ਆ। ਤੇ ਜੇ ਗੁਰਦੁਆਰੇ ਤੋਂ ਰੋਟੀ ਮਿਲਦੀ ਨਹੀਂ ਔਰ ਮੰਦਿਰਾਂ ਨੇ ਦਿੱਤੀ ਨਾ, ਉਹ ਦਿੰਦੇ ਵੀ ਨਹੀਂ, ਤੇ ਸ਼ਾਇਦ ਇਹ ਸਵਾਲ ਖੜਾ ਹੋ ਸਕਦਾ ਸੀ। ਮੰਦਿਰਾਂ ਨੂੰ ਸ਼ਰਮ ਤੋਂ ਬਚਾਉਣ ਲਈ ਸ਼ਾਇਦ ਲੰਗਰ ਦੇ ਉੱਤੇ ਪਾਬੰਦੀ ਲਗਾਈ ਜਾ ਰਹੀ। ਬਿਲਕੁਲ ਜੀ, ਬਹੁਤ ਵੱਡੀ ਗੱਲ ਤੁਸੀਂ ਗੱਲ ਕਹੀ ਹੈ। ਬਿਲਕੁਲ ਇਹ ਹੈ, ਜੇ ਅਸੀਂ ਕੁਝ ਦੇ ਨਹੀਂ ਸਕਦੇ ਤਾਂ ਦੂਜੇ ਦਾ ਵੀ ਖੋਲੋ, ਤਾਂ ਕਿ ਨਾ ਆਪ ਰਹੀਏ ਨਾ ਦੂਜਾ ਦੇਣ ਜੋਗਾ ਰਹੇ। ਅਸੀਂ ਨਹੀਂ ਕਰ ਸਕਦੇ, ਦੂਜਾ ਵੀ ਕਿਉਂ ਕਰੇ? ਜੀ ਸਰ, ਮੈਂ ਤੁਹਾਨੂੰ ਪੁੱਛ ਰਿਹਾ, ਪੰਜਾਬ ਸਰਕਾਰ ਦੇ ਰੋਲ ਬਾਰੇ ਤੁਸੀਂ ਕੀ ਕਹਿੰਦੇ? ਇਸ ਸਮੇਂ ਜੋ ਕਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਕਦਮ ਚੱਕੇ ਸੀ, ਕਰਫਿਊ ਵੀ ਪਹਿਲਾਂ ਲਾਇਆ ਸੀ, ਪਰ ਹੁਣ ਸਭ ਕੁਝ ਖੋਲ ਦਿੱਤਾ ਹੈ। ਪੰਜਾਬ ਸਰਕਾਰ ਦੇ ਰੋਲ ਬਾਰੇ ਕੀ ਕਹਿੰਦੇ ਇਸ ਸਮੇਂ? ਪੰਜਾਬ ਸਰਕਾਰ ਦੇ ਰੋਲ ਬਹੁਤ ਅੱਛੇ ਸੀ। ਸ਼ੁਰੂਆਤੀ ਬੜੀ ਸਖਤੀ ਨਾਲ ਉਹਨਾਂ ਨੇ ਫੈਸਲੇ ਲਏ, ਪ੍ਰਧਾਨ ਮੰਤਰੀ ਦੀ ਅਨਾਉਂਸਮੈਂਟ ਤੋਂ ਪਹਿਲਾਂ ਅਨਾਉਂਸਮੈਂਟ ਕਰ ਦਿੱਤੀਆਂ ਹੈ। ਪਰ ਪੰਜਾਬ ਸਰਕਾਰ ਨੂੰ ਇਕੱਲੇ ਨੂੰ ਨਹੀਂ ਕਹਿ ਸਕਦੇ ਆਪਾਂ, ਇਹ 'ਚ ਤੁਸੀਂ ਬਾਕੀ ਸਰਕਾਰਾਂ ਤੇ ਵੀ ਨਜ਼ਰ ਮਾਰੋ, ਤੇ ਚਾਹੇ ਮਹਾਰਾਸ਼ਟਰ ਦੀ ਗਵਰਨਮੈਂਟ ਹੈ, ਚਾਹੇ ਉਹ ਬੰਗਾਲ ਦੀ ਗਵਰਨਮੈਂਟ ਹੈ, ਕਿਉਂਕਿ ਜਿਹੜੀਆਂ ਖੁੱਲ ਕੇ ਕਹਿ ਸਕਦੀਆਂ ਆ, ਉਹ ਦੱਸ ਰਹੇ ਆ ਵੀ ਜਿਹੜਾ GST ਦਾ ਹਿੱਸਾ ਆ ਉਹ ਕੇਂਦਰ ਸਰਕਾਰ ਸਾਨੂੰ ਜਾਰੀ ਨਹੀਂ ਕਰ ਰਹੀ। 20 ਲੱਖ ਕਰੋੜ ਰੁਪਏ ਨੂੰ ਸਰਕਾਰ ਇਹ ਕਹਿ ਰਹੀ ਹੈ ਵੀ ਅਸੀਂ ਇਹ ਐਜ਼ ਏ ਲੋਨ ਦਵਾਂਗੇ ਸਟੇਟ ਗਵਰਨਮੈਂਟ ਨੂੰ, ਲੋਨ। ਤੇ ਸਟੇਟ ਗਵਰਨਮੈਂਟ ਦੇਏਗੀ ਕਿੱਥੋਂ ਪੈਸਾ? ਬੜਾ ਸਵਾਲ ਤਾਂ ਇਹ ਆ ਵੀ ਇਸ ਟਾਈਮ ਤਾਂ ਰਲ ਮਿਲ ਕੇ ਕਰਨਾ ਚਾਹੀਦਾ ਸੀ। ਸਾਨੂੰ ਇੱਕ ਦੂਸਰੇ ਦੀ ਮਦਦ ਕਰਨੀ ਚਾਹੀਦੀ ਸੀ ਵੀ ਕਿੱਥੇ ਕਮੀ ਅਸੀਂ ਉੱਥੇ ਜਾ ਕੇ ਲੱਭੀਏ, ਪਰ ਇਹ ਹੋਇਆ ਨਹੀਂ ਹੈ। ਉਹਦੇ ਕਰਕੇ ਹੁਣ ਸਰਕਾਰਾਂ ਮੁਸ਼ਕਿਲ 'ਚ ਫਸ ਗਈਆਂ। ਔਰ ਕੱਲੀ ਪੰਜਾਬ ਸਰਕਾਰ ਨਹੀਂ, ਕੱਲ ਦਿੱਲੀ ਦਾ ਆਇਆ ਕਿ ਦਿੱਲੀ ਦੇ ਡਾਕਟਰਾਂ ਨੇ ਕਹਿਤਾ ਸਾਨੂੰ 4 ਮਹੀਨੇ ਤੋਂ ਤਨਖਾਹ ਨਹੀਂ। ਔਰ ਉਹ ਕਿਹੜੇ ਡਾਕਟਰ ਹੈ? 3 ਤਰੀਕੇ ਦੀ ਸਰਕਾਰ ਹੁੰਦੀ ਸਾਡੀ, ਜਿਹੜੀ ਇੱਕ ਲੋਕਲ ਬੋਡੀ ਸਰਕਾਰ ਹੈ ਇਹਨੂੰ, ਜਿਹੜੀ ਕਾਰਪੋਰੇਸ਼ਨ ਚਲਾਉਂਦੀ ਹੈ, ਇੱਕ ਸਟੇਟ ਗਵਰਨਮੈਂਟ ਹੈ, ਇੱਕ ਸੈਂਟਰ। ਉਹ ਹਸਪੀਟਲ ਹੈਗੇ ਆ ਉੱਥੇ ਜਿਹੜੇ ਦਿੱਲੀ NDMC ਕਾਰਪੋਰੇਸ਼ਨ ਦੇ ਅੰਡਰ ਆਉਂਦੇ ਆ। ਉਹ ਕਾਰਪੋਰੇਸ਼ਨ ਜਿਹਦੇ ਉੱਤੇ BJP ਦਾ ਕਬਜ਼ਾ ਆ, ਉਹਨਾਂ ਦੇ ਡਾਕਟਰਾਂ ਨੂੰ ਪਿਛਲੇ 4 ਮਹੀਨੇ ਤੋਂ ਤਨਖਾਹ ਨਹੀਂ ਮਿਲੀ। ਹੁਣ ਉਹ 4 ਮਹੀਨੇ ਤੋਂ ਲਗਾਤਾਰ ਆਪਣੀ ਜਾਨ ਵੀ ਉਹਨਾਂ ਨੇ ਖਤਰੇ 'ਚ ਪਾਈ ਹੋਈ ਹੈ। ਉਹ ਘਰਾਂ 'ਚ ਵੀ ਨਹੀਂ ਵਾਪਸ ਜਾ ਰਹੇ। ਕਈ ਡਾਕਟਰ ਕਾਰ 'ਚ ਸੋ ਰਹੇ ਆ, ਕਾਰ ਦੇ ਵਿੱਚ ਸੋ ਰਹੇ। ਉਸ ਦੇ ਬਾਵਜੂਦ ਤਨਖਾਹ ਵੀ ਨਾ ਦੋ, ਤੇ ਸਟੇਟ ਗਵਰਨਮੈਂਟ ਦੀ ਸਾਰਿਆਂ ਦੀ ਉਲਝਣ ਖੜੀ ਹੋ ਜਾਏਗੀ। ਕੱਲੀ ਪੰਜਾਬ ਲਈ ਨਹੀਂ, ਸਾਰਿਆਂ ਦੇ ਲਈ। ਜੀ ਹਾਂਜੀ ਸਰ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ? ਹਾਂਜੀ ਆ ਰਹੀ। ਹਾਂਜੀ ਸਰ, ਇੱਕ ਜਿਹੜਾ ਲਾਸਟ ਕੁਐਸਚਨ ਆ, ਤੁਸੀਂ ਗੱਲ ਕੀਤੀ ਆ ਉਹਨਾਂ ਫਾਈਟਰਸ ਨੂੰ ਲੈ ਕੇ, ਚਾਹੇ ਡਾਕਟਰ ਹੈ ਜਿਹੜੇ ਫਾਈਟ ਕਰ ਰਹੇ ਨੇ ਕਰੋਨਾ ਨੂੰ ਲੈ ਕੇ, ਪਰ ਇੱਥੇ ਸਫਾਈ ਕਰਮਚਾਰੀ ਹੈ ਜਿਹੜੀ, ਉਹਨਾਂ ਦੀ ਗੱਲ ਕਰਨੀ ਵੀ ਬਣਦੀ ਹੈ, ਕਿਉਂਕਿ ਉਹ ਸਾਡੇ ਗੰਦ 'ਚ ਹੱਥ ਪਾ ਕੇ ਸਾਨੂੰ ਸਾਫ਼ ਰੱਖਦੇ ਨੇ, ਤੇ ਇਹੋ ਜਿਹੀ ਮੁਸੀਬਤ ਸਮੇਂ ਵੀ ਉਹ ਸਾਡੇ ਲਈ ਫਾਈਟ ਕਰ ਰਹੇ ਨੇ, ਰੋਡ ਦੇ ਉੱਤੇ ਆ ਕੇ ਫਾਈਟ ਕਰ ਰਹੇ ਨੇ, ਲੋਕਾਂ ਦਾ ਘਰੋਂ ਗੰਦ ਚੱਕ ਕੇ ਫਾਈਟ ਕਰ ਰਹੇ ਨੇ, ਦੇਸ਼ ਨੂੰ ਸਾਫ਼ ਕਰਕੇ। ਉਹਨਾਂ ਬਾਰੇ ਕੀ ਕਹਿੰਦੇ ਹੋ? ਮੈਂ ਜੀ ਪਹਿਲਾਂ ਲਾਸਟ ਆਪਣੇ ਵੱਲੋਂ ਰੱਖਿਆ ਹੋਇਆ ਸੀ ਵੀ ਅਗਰ ਤੁਹਾਡਾ ਕੁਐਸਚਨ ਨਹੀਂ ਆਇਆ ਤੇ ਮੈਂ ਇਹਦੇ ਤੇ ਗੱਲ ਕਰੂੰਗੀ। ਸਾਡੀ ਇਹੀ ਕੇਂਦਰ ਸਰਕਾਰ ਨੇ ਜਦੋਂ ਫਸਟ ਇਹ ਬਣੀ, ਇਹਨਾਂ ਨੇ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਗਾਂਧੀ ਤੋਂ ਵੀ ਉੱਪਰ ਜਾਣ ਦੇ ਲਈ, ਸਵੱਛ ਭਾਰਤ ਯੋਜਨਾ ਸ਼ੁਰੂ ਕੀਤੀ। ਸਵੱਛ ਭਾਰਤ ਕਹੋ ਜਾਂ ਸਵੱਛ ਘਰ ਕਹੋ, ਤੇ ਪਹਿਲੀ ਭੂਮਿਕਾ ਤਾਂ ਸਫਾਈ ਦੀ ਆਂਦੀ, ਝਾੜੂ ਦੀ। ਉਹ ਝਾੜੂ ਚਾਹੇ ਘਰ ਦੀ ਗ੍ਰਹਿਣੀ ਚਲਾ ਲਵੇ ਤੇ ਸੜਕ ਤੇ ਸਫਾਈ ਕਰਮਚਾਰੀ ਚਲਾ ਰਿਹਾ, ਪਰ ਸਫਾਈ ਕਰਮਚਾਰੀ ਦੇ ਲਈ ਕੋਈ ਯੋਜਨਾ ਨਹੀਂ। ਜਿਹੜਾ ਇਹਨਾਂ ਨੇ ਸਵੱਛ ਭਾਰਤ ਦੇ ਨਾਮ ਤੇ ਕਰੋੜਾਂ ਅਰਬਾਂ ਰੁਪਇਆ ਰੱਖਿਆ, ਉਹਦੇ ਵਿੱਚੋਂ 1 ਰੁਪਇਆ ਵੀ ਸਫਾਈ ਕਰਮਚਾਰੀ ਦੇ ਲਈ ਨਹੀਂ ਆਇਆ। ਕੀ ਚੀਜ਼ਾਂ ਲਈ ਆਉਣਾ ਚਾਹੀਦਾ ਸੀ? ਇੱਕ ਕਿ ਜੇ ਅਸੀਂ ਸਵਾਲ ਪੁੱਛਦੇ ਰਹੇ ਸਰਕਾਰ ਨੂੰ, ਕੀ ਸਫਾਈ ਕਰਮਚਾਰੀ ਜਿਹੜੀ ਸੇਵਾਵਾਂ ਆ, ਇਹ ਜ਼ਰੂਰੀ ਸੇਵਾਵਾਂ 'ਚ ਆਂਦਾ ਆ ਜਾਂ ਨਹੀਂ ਆਂਦਾ? ਜੇ ਆਂਦਾ ਆ ਤਾਂ ਉਹਨੂੰ ਠੇਕੇਦਾਰੀ, ਜੇ ਜ਼ਰੂਰੀ ਸੇਵਾਵਾਂ 'ਚ ਇਹਨੂੰ ਬੰਦ ਨਹੀਂ ਕੀਤਾ ਜਾ ਸਕਦਾ,
ਇਹਦੀ ਆਰਮੀ ਨਾਲੋਂ ਵੀ ਵੱਧ ਲੋੜ ਆ। ਆਰਮੀ ਦੀ ਲੋੜ ਤਾਂ ਉਦੋਂ ਹੀ ਪੈਂਦੀ ਹੈ ਜਦੋਂ ਬਾਰਡਰ ਦੇ ਉੱਤੇ ਕੋਈ ਦੂਸਰੀ ਸਰਕਾਰ ਦਖਲਅੰਦਾਜ਼ੀ ਕਰੇ, ਗਲਤ ਕਦਮ ਚੱਕੇ। ਪਰ ਸਫਾਈ ਕਰਮਚਾਰੀ ਜਿਹੜਾ ਆ ਉਹ ਤਾਂ ਸਫਾਈ ਸੈਨਿਕ ਹੈ, ਉਹਦੀ ਸੈਨਿਕ ਦੀ ਲੋੜ ਤਾਂ ਰੋਜ਼ ਪੈ ਰਹੀ ਹੈ ਸਾਨੂੰ, ਕੱਲੀ ਕਰੋਨਾ ਚ ਨਹੀਂ। ਜਦੋਂ ਡੇਂਗੂ ਫੈਲਦਾ ਆ ਉਦੋਂ ਵੀ ਲੋੜ ਪੈਂਦੀ, ਜਦੋਂ ਮਲੇਰੀਆ ਫੈਲਦਾ ਉਦੋਂ ਵੀ ਲੋੜ ਪੈਂਦੀ, ਜਦੋਂ ਬੰਬ ਬਲਾਸਟ ਹੁੰਦਾ ਆ ਉਦੋਂ ਵੀ ਜਾ ਕੇ ਚੱਲੇ ਅਣਚੱਲੇ ਬੰਬਾਂ ਨੂੰ ਵੀ ਉਹੀ ਇਕੱਠਾ ਕਰਦਾ ਆ। ਉਹਦੀ ਤਾਂ ਹਰ ਜਗ੍ਹਾ ਲੋੜ ਪੈਂਦੀ ਹੈ, ਉਹਦੇ ਬਾਰੇ ਕੋਈ ਸਕੀਮ ਨਹੀਂ ਸਰਕਾਰ ਦੀ। ਫਿਰ ਅਸੀਂ ਦਿੱਲੀ 'ਚ ਪਿਛਲੇ ਸਾਲ 2019 ਦੇ ਵਿੱਚ ਅਸੀਂ ਫਰਵਰੀ 'ਚ ਜੰਤਰ ਮੰਤਰ ਤੇ ਬਕਾਇਦਾ ਇੱਕ ਬੜਾ ਪ੍ਰੋਗਰਾਮ ਅਨਾਉਂਸ ਕੀਤਾ ਅਸੀਂ, ਪਰ ਉਹਦੇ ਵਿੱਚ ਘਿਰਾਓ ਵਰਗਾ ਚੀਜ਼ਾਂ ਨਹੀਂ ਰੱਖੀਆਂ। ਮੁੱਦਾ ਉਠਾਉਣਾ ਚਾਹਦੇ ਸੀ ਅਸੀਂ, ਕੇਵਲ ਜਿਹੜੀ ਕਿ ਮੀਡੀਆ ਤੇ ਨਿਊਜ਼ ਆ ਮੁੱਦਾ ਉਠਾਉਣਾ ਚਾਹ ਰਹੇ ਸੀ। ਅਸੀਂ ਮੁੱਦਾ ਉਠਾਇਆ, ਹਾਲਾਂਕਿ ਮੀਡੀਆ ਨੇ ਵੀ ਉਠਾਇਆ ਉਹਨੂੰ। ਅਸੀਂ ਕਿਹਾ ਵੀ ਜਿਹੜਾ ਸੀਵਰ 'ਚ ਆਦਮੀ ਜਾ ਕੇ ਰੋਜ਼ ਮਰ ਰਿਹਾ ਹੈ, ਸਰਕਾਰ ਸਾਨੂੰ ਇਹਦੇ ਆંકੜੇ ਦੱਸੇ। ਸਰਕਾਰ ਕੋਲ ਆંકੜਾ ਡਾਟਾ ਨਹੀਂ ਹੈ ਵੀ ਸੀਵਰ 'ਚ ਕਿੰਨਾ ਆਦਮੀ ਮਰ ਰਿਹਾ ਔਰ ਕਿਉਂ ਮਰ ਰਿਹਾ, ਕਿਉਂ ਦਾ ਕਾਰਨ ਵੀ ਹੋਣਾ ਚਾਹੀਦਾ। ਫਿਰ ਜੇ ਆਦਮੀ ਸੀਵਰ ਜਿਹ 'ਚ ਗੈਸਾਂ ਆ, ਜਿਹਦੇ ਵਿੱਚ ਕੈਮੀਕਲਸ ਹੈ, ਤੇਜ਼ਾਬ ਹੈ, ਕੱਚ ਦੇ ਟੁਕੜੇ ਆ, ਉੱਥੇ ਬਿਨਾਂ ਟ੍ਰੇਨਿੰਗ ਤੋਂ ਆਦਮੀ ਨੇ ਸਰਕਾਰ ਨੂੰ ਉਹਦੇ ਲਈ ਟ੍ਰੇਨਿੰਗ ਔਰ ਉਹਦੇ ਲਈ ਸਪੈਸ਼ਲ ਇੰਤਜ਼ਾਮ ਕਰਨੇ ਚਾਹੀਦੇ ਆ। ਤੇ ਕੀ ਕੀਤਾ ਪ੍ਰਧਾਨ ਮੰਤਰੀ ਨੇ, ਤੁਸੀਂ ਹੈਰਾਨ ਹੋਵੋਗੇ। ਅਸੀਂ 25 ਫਰਵਰੀ ਦਾ ਦਿਨ ਚੁਣਿਆ, 25 ਫਰਵਰੀ 2019 ਡੇਟਾ ਮਿਲਾ ਲਿਓ। ਅਸੀਂ ਦਿਨ ਚੁਣਿਆ 25 ਫਰਵਰੀ 2019 ਨੂੰ ਵੀ ਅਸੀਂ ਜੰਤਰ ਮੰਤਰ ਦਿੱਲੀ ਤੇ ਪੂਰੇ ਦਿਨ ਦਾ ਧਰਨਾ ਦੇਣਾ ਤੇ ਪੂਰੇ ਦੇਸ਼ ਦੇ ਸਫਾਈ ਕਰਮਚਾਰੀ ਵੀ ਇਕੱਠੇ ਹੋਣਗੇ, ਨੇਤਾ ਵੀ ਹੋਣਗੇ ਤੇ ਜਿਹੜੇ ਸਮਾਜ ਸ਼ਾਸਤਰੀ ਉਹ ਵੀ। ਤੇ ਪ੍ਰਧਾਨ ਮੰਤਰੀ ਨੇ ਕੀ ਕੀਤਾ, ਇੱਕ ਦਿਨ ਪਹਿਲੋਂ 24 ਫਰਵਰੀ ਨੂੰ 5 ਸਫਾਈ ਕਰਮਚਾਰੀਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ। 5 ਸਫਾਈ ਕਰਮਚਾਰੀ ਪਰ ਪੈਰ ਧੋਣੇ ਕੋਈ ਜ਼ਰੂਰੀ ਹੈ? ਤੁਸੀਂ ਆਪਣੇ ਮਨ ਦਾ ਮੈਲ ਧੋਵੋ। ਸਫਾਈ ਕਰਮਚਾਰੀ ਦੇ ਪੈਰ ਕੇ ਡਰਾਮਾ ਕਰ ਰਹੇ ਹੋ। ਅੱਜ ਉਹ 5 ਸਫਾਈ ਕਰਮਚਾਰੀਆਂ ਨੂੰ ਲੱਭ ਕੇ ਦੇਖੋ, ਰੋਟੀ ਨਸੀਬ ਨਹੀਂ ਹੈ ਅੱਜ ਵੀ। ਅੱਜ ਵੀ ਬਿਲਕੁਲ ਤੁਸੀਂ ਗੱਲ ਤਾਂ ਸਹੀ ਹੈ। ਰੋਟੀ ਤਾਂ ਇੱਕ ਪਾਸੇ ਰਹੀ ਜੀ, ਜਦੋਂ ਚੈਂਬਰ 'ਚ ਉਤਰਦੇ ਨੇ ਤਾਂ ਉਹਨਾਂ ਨੂੰ ਡਰੈਸ ਅਪ ਵੀ ਨਹੀਂ ਹੈ ਉਹਨਾਂ ਕੋਲ ਕੋਈ, ਈਵਨ ਸਾਰੇ ਆਪਣੇ ਪਾਏ ਹੋਏ ਕੱਪੜੇ ਵੀ ਲਾਉਣੇ ਪੈਂਦੇ ਨੇ ਉਹਨਾਂ ਨੂੰ। ਇਸ ਸਮੇਂ ਵੀ ਜਦ ਕਰੋਨਾ ਦਾ ਐਡਾ ਡਰ ਆ, ਕਹਿਰ ਆ, ਅਸੀਂ ਸੋਚ ਕੇ ਹੱਥ ਲਾਉਂਦੇ ਆ ਕੋਈ ਚੀਜ਼ਾਂ ਨੂੰ, ਪਰ ਇਸ ਸਮੇਂ ਵੀ ਵਿਚਾਰਿਆਂ ਦਾ ਇਹੀ ਹਾਲ ਹੈ। ਅੱਜ ਵੀ ਉਦਾਂ ਹੀ ਉਤਰ ਰਹੇ ਆ। ਬਲਕਿ ਹੋਰ ਹੋਇਆ, ਕੱਲ ਇੱਕ ਕਾਂਡ ਹੋਇਆ ਬਹੁਤ ਸ਼ਰਮਨਾਕ, ਪੂਰੀ ਦੁਨੀਆ ਨੂੰ ਦਿਖਾਉਣਾ ਚਾਹੀਦਾ ਹੈ। ਜਿੱਦਾਂ ਅਫਰੀਕਾ ਦੀ ਘਟਨਾ ਦਿਖਾਈ ਜਾਂਦੀ ਸੀ ਨਾ, ਵੀ ਇੱਕ ਬੱਚਾ ਛੋਟਾ ਜਿਹਾ ਤੇ ਇੱਕ ਆਜ ਉਹਦੇ ਪਿੱਛੇ ਲੱਗਿਆ ਹੋਇਆ, ਉਹਦੇ ਪਿੱਛੇ ਲੱਗੀ ਹੋਈ। ਕੱਲ ਇੱਕ ਆਦਮੀ ਦੀ ਡੈਥ ਹੋਈ ਔਰ ਸ਼ਾਇਦ ਉਹ ਆਰਮੀ 'ਚ ਰਿਹਾ ਆਦਮੀ, ਔਰ ਉਹਦੀ ਬੋਡੀ ਸੜਕ ਤੇ ਚੱਕਰ ਖਾ ਕੇ ਗਿਰ ਗਿਆ ਉਹ, ਔਰ ਉਹਦੀ ਬੋਡੀ ਨੂੰ ਪੁਲਿਸ ਵਾਲੇ ਚੁਕਵਾ ਰਹੇ ਸਫਾਈ ਕਰਮਚਾਰੀਆਂ ਤੋਂ, ਔਰ ਚੁਕਵਾ ਕੇ ਕਿਲ 'ਚ ਰੱਖ ਰਹੇ ਆ। ਸਫਾਈ ਜੀ ਗੱਡੀ ਜਿਹ 'ਚ ਕੂੜਾ ਚੱਕਿਆ ਜਾਂਦਾ ਹੈ, ਕੂੜੇ ਵਾਲੀ ਗੱਡੀ 'ਚ ਡੈਡ ਬੋਡੀ, ਇੱਕ ਜਿਹੜੀ ਆਰਮੀ 'ਚ ਰਹੇ ਆਦਮੀ ਦੀ ਡੈਡ ਬੋਡੀ ਕੂੜੇ ਵਾਲੀ ਗੱਡੀ 'ਚ ਰੱਖ ਕੇ ਲਿਜਾਈ ਗਈ ਤੇ ਸਸਪੈਂਡ ਕਰ ਦਿੱਤੇ ਗਏ ਸਫਾਈ ਕਰਮਚਾਰੀ। ਸਫਾਈ ਕਰਮਚਾਰੀਆਂ ਦੇ 'ਚ ਕੀ ਕਸੂਰ ਹੈ? ਉਸ ਕਹਿ ਕੇ ਚੁਕਵਾ ਰਹੀ ਹੈ, ਤੁਸੀਂ ਲਿਆਓ ਐਂਬੂਲੈਂਸ 'ਚ ਚੱਕ ਕੇ ਲੈ ਕੇ ਜਾਓ, ਸਨਮਾਨ ਦੇ ਨਾਲ ਲੈ ਕੇ ਜਾਓ। ਉਹਨੂੰ ਸਫਾਈ ਕਰਮਚਾਰੀ ਲੈ ਕੇ ਜਾ ਰਹੇ ਆ। ਔਰ ਇਹ ਅਸਲ 'ਚ ਮੈਂ ਇਹਨੂੰ ਦੂਜੇ ਰੂਪ 'ਚ ਵੀ ਦੇਖਿਆ ਆ। ਇਹ ਆਉਣ ਵਾਲੇ ਦਿਨਾਂ 'ਚ ਸ਼ਾਇਦ ਸਥਿਤੀ ਹੈ ਭਾਰਤ ਦੀ ਕਿ ਸਾਡੀਆਂ ਬੋਡੀਆਂ ਨੂੰ ਚੱਕਣ ਲਈ ਸਾਡੇ ਕੋਲ ਪ੍ਰੋਪਰ ਚੀਜ਼ ਨਹੀਂ ਹੋਣੀ। ਸ਼ਾਇਦ ਇਹ ਕੂੜੇ ਵਾਲੀਆਂ ਗੱਡੀਆਂ ਵੀ ਨਾ ਮਿਲਣ ਪੂਰੀਆਂ ਡੈਡ ਬੋਡੀਆਂ ਚੱਕਣ ਲਈ, ਜੋ ਹਾਲਤ ਹੋ ਰਹੀ ਹੈ ਦੇਸ਼, ਉਸ ਕੁਛ ਨਹੀਂ ਕੀਤਾ ਜਾ ਰਿਹਾ। ਬਹੁਤ ਵੱਡੀ ਗੱਲ ਤੁਸੀਂ ਇੱਥੇ ਕਹੀ ਹੈ, ਬਹੁਤ ਵੱਡੀ ਗੱਲ ਹੈ, ਕਿਉਂਕਿ ਜਿਵੇਂ ਕਰੋਨਾ ਵਾਇਰਸ ਵੱਧ ਰਿਹਾ ਹੈ, ਜਿਵੇਂ ਕਿ ਇਹਦੀ ਮੌਤ ਦਰ ਵੀ ਬਾਕੀ ਕੰਟਰੀਆਂ 'ਚ ਵੱਧ ਰਹੀ ਹੈ, ਜੇਕਰ ਇੰਡੀਆ 'ਚ ਵੀ ਇਦਾਂ ਵੱਧ ਗਈ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਸਾਡੇ ਕੋਲ ਕੂੜੇ ਵਾਲੀਆਂ ਗੱਡੀਆਂ ਵੀ ਨਹੀਂ ਹੋਣੀਆਂ ਲਾਸ਼ਾਂ ਚੱਕਣ ਨੂੰ, ਐਂਬੂਲੈਂਸ ਦੀ ਤਾਂ ਦੂਰ ਦੀ ਗੱਲ ਹੈ। ਸੋ ਸਰ, ਅੱਜ ਤੁਹਾਡਾ ਬੜਾ ਅਸੀਂ ਕੀਮਤੀ ਸਮੇਂ ਲੱਤਾ ਆ, ਤੇ ਜਾਂਦੇ ਜਾਂਦੇ ਇੱਕ ਮੈਸੇਜ ਜੋ ਦੇਣਾ ਚਾਹੁੰਦੇ ਦੇਸ਼ ਵਾਸੀਆਂ ਨੂੰ, ਉਹ ਜ਼ਰੂਰ ਅਸੀਂ ਸੁਣਨਾ ਚਾਹੁੰਦੇ ਹਾਂ। ਦੇਸ਼ ਵਾਸੀਆਂ ਲਈ ਇਹੀ ਮੇਰਾ ਕਹਿਣਾ ਆ ਵੀ ਸਾਨੂੰ ਆਪਣੇ ਪੱਧਰ ਤੇ, ਅਸੀਂ ਬਹੁਤ ਦਾਨ ਪੁੰਨ ਵਾਲੇ ਲੋਕ ਆ, ਸਾਰੇ ਦੇਸ਼ ਦੇ ਲੋਕ, ਚਾਹੇ ਕਿਸੇ ਮਜ਼ਹਬ ਦੇ ਵੀ, ਸਾਨੂੰ ਉਦਾਂ ਹੀ ਦਾਨ ਪੁੰਨ ਦਾ ਸੋਚਣਾ ਚਾਹੀਦਾ ਹੁਣ ਵੀ ਆਲੇ ਦੁਆਲੇ ਨਜ਼ਰ ਮਾਰ ਕੇ ਆਪ ਹੀ ਇੱਕ ਦੂਜੇ ਦੀ ਮਦਦ ਕਰੀਏ, ਡਿਸਟੈਂਸ ਵੀ ਬਣਾ ਕੇ ਰੱਖੀਏ, ਔਰ
ਸਭ ਤੋਂ ਬੜਾ ਸਵਾਲ ਜਿਹੜਾ ਸਾਡੇ ਲਈ ਖਤਰਨਾਕ ਹੈ ਭਾਰਤ ਲਈ, ਕਿ ਸਾਨੂੰ ਮਜਬਾਂ ਦੇ ਨਾਮ ਤੇ ਲੜਾਉਣ ਦੀ ਕੋਸ਼ਿਸ਼ ਜਿਹੜੀ ਹੁੰਦੀ ਹੈ ਉਹ ਹੁਣ ਵੀ ਹੋ ਸਕਦੀ ਹੈ, ਹੁਣ ਵੀ ਹੋ ਸਕਦੀ। ਹਾਲੇ ਵੀ ਸਰਕਾਰ ਆਪਣੇ ਫੇਲੀਅਰ ਨੂੰ ਢਕਣ ਲਈ ਜਾਂ ਬਿਹਾਰ ਦਾ ਜਾਂ ਬੰਗਾਲ ਦਾ ਇਲੈਕਸ਼ਨ ਜਿੱਤਣ ਦੇ ਲਈ ਅੱਜ ਵੀ ਸਾਨੂੰ ਧਰਮ ਦੇ ਮਜਬ ਦੇ ਨਾਮ ਤੇ ਲੜਾ ਸਕਦੇ ਆ। ਇੱਕ ਬੱਚਿਆਂ ਦਾ ਮੈਸੇਜ ਆਇਆ ਮੇਰੇ ਕੋਲ, ਦੁਬਈ ਤੋਂ, ਕੁਵੈਤ ਤੋਂ ਕੁਝ ਬੱਚਿਆਂ ਦੇ ਮੈਸੇਜ ਆ ਰਹੇ ਆ ਕਿ ਅਸੀਂ ਇੱਥੇ ਫਸੇ ਹੋਏ ਆ, ਕੰਪਨੀਆਂ ਨੇ ਕੰਮ ਬੰਦ ਕੀਤਾ ਹੋਇਆ। ਪਰ ਮੈਂ ਉਹ ਬੱਚਿਆਂ ਨੂੰ ਕਹਿਣਾ ਚਾਹੁੰਦਾ ਆ ਵੀ ਫਸੇ ਚਾਹੇ ਹੋਏ ਹੋ, ਪਰ ਤੁਹਾਡੀਆਂ ਕੰਪਨੀਆਂ ਫੇਰ ਵੀ ਤੁਹਾਨੂੰ ਰੋਟੀ ਦੇ ਰਹੀਆਂ ਹੈ। ਇਹ ਉਹਨਾਂ ਨੇ ਆਪ ਵੀ ਕਿਹਾ ਬੱਚਿਆਂ ਨੇ ਵੀਡੀਓ 'ਚ, ਰੋਟੀ ਦੇ ਰਹੇ ਆ। ਭਾਰਤ ਤਾਂ ਹਲੇ ਰੋਟੀ ਦਾ ਵੀ ਇੰਤਜ਼ਾਮ ਨਹੀਂ। ਜਿਹੜੇ ਮਜ਼ਦੂਰ ਚੱਲ ਕੇ ਗਏ ਨਾ, ਉਹ ਪੂਰਾ ਦਿਨ ਵੀ ਭੁੱਖੇ ਤੁਰੇ ਆ। ਤੇ ਕੰਪਨੀਆਂ ਜੇ ਖੁੱਲਣਗੀਆਂ ਤੇ ਰੁਜ਼ਗਾਰ ਵੀ ਵਾਪਸ ਮਿਲ ਜਾਏਗਾ। ਤੇ ਇਸ ਕਰਕੇ ਇੰਨੀ ਜਲਦਬਾਜ਼ੀ ਨਾ ਕਰੋ। ਉਹ ਇੰਤਜ਼ਾਮ ਜ਼ਰੂਰੀ ਹੈ, ਜਿੱਦਾਂ ਹੁੰਦਾ ਪਹਿਲੋਂ ਕੀ ਜ਼ਰੂਰੀ, ਫਸਟ ਏਡ ਕੀ ਹੈ ਇਸ ਟਾਈਮ ਚਾਹੀਦੀ। ਫਸਟ ਏਡ ਇਹੀ ਵੈਸੇ ਡਿਸਟੈਂਸ ਤੇ ਸਹਿਣਸ਼ੀਲਤਾ ਬਣਾ ਕੇ ਰੱਖੋ। ਜੀ ਜੀ ਬਿਲਕੁਲ ਜੀ ਸਰ, ਤੁਹਾਡਾ ਬਹੁਤ ਧੰਨਵਾਦ ਹੈ। ਥੈਂਕ ਯੂ ਵੈਰੀ ਮਚ। ਤੁਸੀਂ ਅੱਜ ਆਪਣਾ ਸਮੇਂ ਦਿੱਤਾ ਆ। ਗੱਲਾਂ ਬਹੁਤ ਸਾਰੀਆਂ ਸੀ ਪਰ ਜਿਹੜਾ ਸਮਾਂ ਇਜਾਜ਼ਤ ਨਹੀਂ ਦਿੰਦਾ। ਅਸੀਂ ਫੇਰ ਤੁਹਾਨੂੰ ਕਿਸੇ ਦਿਨ ਯਾਦ ਕਰਾਂਗੇ। ਅੱਜ ਲਈ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਵੈਰੀ ਮਚ ਜੀ। ਸ਼ੁਕਰੀਆ। ਸਾਡੇ ਨਾਲ ਹੁਣੇ ਗੱਲਬਾਤ ਕਰ ਰਹੇ ਸੀ ਦਰਸ਼ਨ ਰਤਨ ਰਾਵਣ ਜੀ, ਜਿਹੜੇ ਕਿ ਆਦਰਸ਼ ਪ੍ਰਮੁੱਖ ਨੇ ਭਾਰਤ ਦੇ, ਜਿਨ੍ਹਾਂ ਨੇ ਬੜੀ ਚੰਗੀ ਜਾਣਕਾਰੀ ਦਿੱਤੀ ਹੈ। ਬਿਲਕੁਲ ਇਹਨਾਂ ਦਾ ਇਹੀ ਕਹਿਣਾ ਕਿ ਜਿਹੜੀ ਸਰਕਾਰ ਆ ਉਹ ਆਪਣਾ ਰੋਲ ਜਿਹੜਾ ਸਦਾ ਸਹੀ ਤਰੀਕੇ